ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 115 ਅੰਗ ਦੇ 11ਵੀਂ ਅਸ਼ਟਪਦੀ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਬਚਨ, ਆਪ ਵੰஞਾਏ ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵ ਲਾਏ। ਸੋ ਜਿਸ ਪ੍ਰਕਾਰ ਜਿਹੜੇ ਗੁਰੂ ਕੇ ਸ਼ਬਦ ਦੇ ਅਭਿਆਸੀ ਨੇ, ਗੁਰ ਸ਼ਬਦ ਨੂੰ ਮੰਨਣ ਵਾਲੇ ਨੇ, ਕਮਾਉਣ ਵਾਲੇ ਨੇ, ਸ਼ਬਦ ਦੇ ਹੀ ਪੁਜਾਰੀ ਨੇ, ਜੋ ਸ਼ਬਦ ਦੀ ਹੀ ਪੂਜਾ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦੀਏ। ਸੋ ਜਿਵੇਂ ਗੁਰ ਸ਼ਬਦੀਏ ਸ਼ਬਦ ਦੁਆਰਾ ਵਾਹਿਗੁਰੂ ਦੇ ਵਿੱਚ ਸੱਚੀ ਲਿਵ ਜੋੜ ਕੇ ਬੈਠਦੇ ਨੇ, ਸੋ ਉਸੇ ਪ੍ਰਕਾਰ ਗੁਰ ਸ਼ਬਦ ਦੁਆਰਾ ਉਹ ਜਿਹੜਾ ਆਪ ਵੰஞਾਏ ਤੋਂ ਭਾਵ ਹੈ, ਆਪਾ ਭਾਵ ਜਿਹੜਾ ਹੁੰਦਾ ਅੰਦਰ, ਜਿਹੜਾ ਹੁੰਦਾ ਕਿ ਮੈਂ ਵੀ ਕੁਝ ਹਾਂ, ਆਪਣੀ ਹੋਂਦ ਜਨਾਉਣੀ। ਜੇ ਮੈਂ ਨਾ ਹੁੰਦਾ, ਮੈਂ ਇੱਥੇ ਆਇਆ ਹਾਂ, ਮੈਂ ਗਿਆ, ਇਹ ਜਿਹੜੀ ਦੇਹੀ ਨੂੰ ਹਉਮੈ ਦੇ ਸਹਿਤ ਜੀਵ ਚੁੱਕੀ ਫਿਰਦਾ, ਉਸ ਚੀਜ਼ ਨੂੰ ਸ਼ਬਦ ਦੇ ਦੁਆਰਾ ਦੂਰ ਕਰਨਾ। ਕਿਉਂਕਿ ਇਸ ਸਰੀਰ ਨੂੰ ਮਹਾਰਾਜ ਫਰਮਾਉਂਦੇ ਨੇ ਆਤਮਾ ਹੀ ਚੁੱਕੀ ਫਿਰਦੀ ਹੈ। ਆਤਮਾ ਦੇ ਬਲ ਕਰਕੇ ਹੀ ਸਰੀਰ ਆਪਾਂ ਲਈ ਫਿਰਦੇ ਹਾਂ, ਪਰ ਇਹ ਜੀਵ ਕਹਿੰਦਾ ਮੈਂ ਲਈ ਫਿਰਦਾ। ਕਲਾ ਵਾਹਿਗੁਰੂ ਜੀ ਦੀ ਵਰਤਦੀ ਹੈ ਤੇ ਜੀਵ ਨੂੰ ਵੈਸੇ ਹੀ ਹਉਮੈ ਹੋ ਰਹੀ ਹੈ, ਮੈਂ ਕਰਦਾ। ਸੋ ਮਹਾਰਾਜ ਜੀ ਕਹਿੰਦੇ ਅਸੀਂ ਕਰਾਉਂਦੇ ਹਾਂ ਜੀਵ ਪਾਸੋਂ। ਜਦੋਂ ਕੋਈ ਕੰਮ ਕਰਾਉਂਦੇ ਹਾਂ, ਜੇ ਹਉਮੈ ਕਰ ਗਿਆ ਤਾਂ ਉਹਦਾ ਖਾਤਮਾ ਹੋ ਜਾਂਦਾ। ਜੇ ਗੁਰਾਂ ਦੇ ਉੱਤੇ ਗੱਲ ਛੱਡ ਦਿੱਤੀ, ਇਹ ਮਹਾਰਾਜ ਨੇ ਕਰਵਾਇਆ ਹੈ, ਅਸੀਂ ਵਿਚਾਰੇ ਕੀ ਚੀਜ਼ ਸੀ, ਇਹ ਤਾਂ ਉਹਨਾਂ ਆਪ ਹੀ ਕਰਵਾਇਆ। ਇਹਨੂੰ ਕਹਿੰਦੇ ਨੇ ਆਪਾ ਭਾਵ ਗਵਾ ਲੈਣਾ ਸ਼ਬਦ ਦੇ ਨਾਲ। ਇਸ ਤਰ੍ਹਾਂ ਗੁਰਮੁਖਾਂ ਨੇ ਗੁਰ ਸ਼ਬਦ ਦੁਆਰਾ ਆਪਾ ਭਾਵ ਹੰਕਾਰ ਨੂੰ ਵੰஞਾਏ ਹੁੰਦਾ ਗਵਾ ਲਿਆ, ਦੂਰ ਕਰ ਦਿੱਤਾ ਆਪਣੇ ਮਨ ਦੇ ਅੰਦਰੋਂ। ਅਤੇ ਸਭ ਕੁਝ ਜਿਹੜਾ ਸੀ ਤਾਂ ਸਾਰਾ ਕੁਝ ਫਿਰ ਸ਼ੁਭ ਗੁਣਾਂ ਨੂੰ ਪਾ ਲੈਂਦਾ। ਸਾਰਾ ਕੁਝ ਜਿੰਨਾ ਚਾਹੁੰਦਾ ਹੈ ਸਭ ਕੁਝ ਪਾਏ। ਹੋਰ ਵੀ ਕਈ ਚੀਜ਼ਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੰਸਾਰਕ ਚੀਜ਼ਾਂ ਨੂੰ ਤਾਂ ਸੁਤੇ ਸਿੱਧ ਪਰਾਲਬਧ ਰਾਹੀਂ ਜੀਵ ਪ੍ਰਾਪਤ ਕਰ ਹੀ ਲੈਂਦਾ। ਇਹ ਤਾਂ ਪਰਾਲਬਧ ਲਿਖੀ ਹੋਈ ਹੈ ਬਸ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਜੀਵ ਨੂੰ ਹੋਰ ਮਿਆਰ ਉੱਚਾ ਚੁੱਕਣਾ ਇਹਦਾ। ਜਿਸ ਤਰ੍ਹਾਂ ਕੋਈ ਜੀਵ ਸਾਰੀ ਜ਼ਿੰਦਗੀ ਵਿੱਦਿਆ ਹੀ ਨਹੀਂ ਪੜ੍ਹਿਆ ਹੈ, ਉਹਦਾ ਮਿਆਰ ਉੱਥੇ ਖੜਾ। ਕੋਈ ਬਹੁਤ ਵਿੱਦਿਆ ਪੜ੍ਹ ਕੇ ਬਹੁਤ ਵੱਡਾ ਬਣਿਆ, ਉਹਦਾ ਮਿਆਰ ਉੱਥੇ ਹੈ ਕਿ ਉਹ ਬੁੱਧੀ ਤੱਕ। ਕੋਈ ਬੁੱਧੀ ਤੋਂ ਵੀ ਉੱਪਰ ਚਲਿਆ ਗਿਆ, ਉਹ ਆਤਮਾ ਤੱਕ ਚਲਿਆ ਗਿਆ। ਉਹ ਆਤਮਿਕ ਜੀਵ ਜਿਹੜਾ ਹੁੰਦਾ ਉਹ ਸਾਰਿਆਂ ਤੋਂ ਹੀ ਉੱਪਰ ਹੋ ਜਾਂਦਾ। ਪਰ ਆਤਮਿਕ ਜੀਵ ਸ੍ਰਿਸ਼ਟੀ ਦੇ ਅੰਦਰ ਥੋੜ੍ਹੇ ਹੋਏ ਨੇ। ਜਿਵੇਂ 15 ਭਗਤਾਂ ਨੂੰ ਮਹਾਰਾਜ ਨੇ ਮਾਣ ਵਡਿਆਈ ਬਖਸ਼ੀ ਹੈ, ਗੁਰੂ ਘਰ ਦੇ ਵਿੱਚ ਕਾਫੀ ਬਖਸ਼ਿਸ਼ਾਂ ਹੋਈਆਂ। ਆਤਮਿਕ ਜੀਵ ਜਦੋਂ ਬੁੱਧੀ ਦੀ ਜਿੱਥੇ ਹੱਦ ਮੁੱਕ ਜਾਂਦੀ ਹੈ, ਉੱਚੀ ਤੋਂ ਉੱਚੀ ਹੱਦ ਬੁੱਧੀ ਦੀ ਮੁੱਕ ਗਈ ਜਦੋਂ, ਉਦੋਂ ਆਤਮਿਕ ਜੀਵ ਦੀ ਕਿਰਿਆ ਸ਼ੁਰੂ ਹੁੰਦੀ ਹੈ। ਇਸੇ ਕਰਕੇ ਬੁੱਧੀ ਵਾਲਿਆਂ ਦੀ ਆਤਮਾ ਵਾਲਿਆਂ ਨਾਲ ਰਾਸ ਰਲਦੀ ਨਹੀਂ। ਕਿਉਂਕਿ ਕਿੱਥੇ ਬੁੱਧੀ, ਕਿੱਥੇ ਆਤਮਿਕ ਚੀਜ਼। ਦੁਨੀਆ ਦੇ ਅੰਦਰ ਕਾਰਾਂ ਤੇਜ਼ ਤੋਂ ਤੇਜ਼ ਪਈਆਂ ਨੇ, ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਪਈਆਂ ਨੇ। ਇੱਕ ਕਾਰ ਪਾਣੀ ਵਿੱਚ ਵੀ ਚੱਲ ਪੈਂਦੀ ਹੈ, ਜੇ ਪਾਣੀ ਅੱਗੇ ਆ ਜੇ, ਰੇਤਾ ਆ ਜੇ, ਰੇਤੇ ਵਿੱਚ ਵੀ ਚੱਲ ਪੈਂਦੀ ਹੈ। ਸੜਕ ਉੱਤੇ ਬਹੁਤ ਜ਼ਿਆਦਾ ਦੌੜਦੀ, 1500 ਕਿਲੋਮੀਟਰ ਦੀ ਸਪੀਡ 'ਤੇ ਵੀ ਚੱਲ ਪੈਂਦੀ ਕਾਰ। ਪਰ ਜਹਾਜ਼ ਨਹੀਂ ਬਣ ਸਕਦੀ ਉਹ, ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਜਹਾਜ਼ ਜਹਾਜ਼ ਹੀ ਹੁੰਦਾ, ਕਾਰ ਕਾਰ ਹੀ ਹੁੰਦੀ, ਭਾਵੇਂ ਕਿੰਨੀ ਮਹਿੰਗੀ ਹੋਵੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬੁੱਧੀ ਜਿਹੜੇ ਬੁੱਧੀਜੀਵੀ ਲੋਕ ਨੇ, ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਦੇ ਨੇ। ਉਹਨਾਂ ਦੀ ਕਾਮਯਾਬੀ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਮੱਲਾਂ ਮਾਰੀਆਂ ਵੱਡੀਆਂ ਵੱਡੀਆਂ। ਪਰ ਜੇ ਹੁਣ ਉਹ ਕਹੇ ਕਿ ਮੈਂ ਜਹਾਜ਼ ਬਣ ਗਿਆ, ਇਹ ਉਹਦੇ ਲਈ ਗਲਤ ਗੱਲ ਹੋ ਜਾਂਦੀ ਹੈ। ਜਿੱਥੇ ਆਤਮਾ ਦੀ ਉਡਾਰੀ ਹੈ, ਉੱਥੇ ਬੁੱਧੀ ਦੀ ਉਡਾਰੀ ਨਹੀਂ ਵੱਜਦੀ। ਸੋ ਇਸ ਕਰਕੇ
ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਕੁੱਕੜ ਤਾਂ ਮਾੜੀ ਜਿਹੀ ਉਡਾਰੀ ਮਾਰ ਕੇ ਬਨੇਰੇ ਤੇ ਜਾ ਬੈਠਦਾ, ਉੱਥੋਂ ਉਡਾਰੀ ਮਾਰੂ ਕਿਸੇ ਦਰਖਤ ਤੇ ਬਹਿ ਜਾਊਗਾ, ਉੱਥੋਂ ਜੇ ਉਡਾਰੀ ਮਾਰੂ ਕਿਤੇ ਹੋਰ ਬਹਿ ਜਾਊਗਾ। ਪਰ ਹੰਸ ਦੀ ਉਡਾਰੀ ਹੁੰਦੀ ਹੋਈ 400 ਕੋਹ ਦੀ ਇੱਕੋ ਹੀ ਉਡਾਰੀ ਹੁੰਦੀ। ਸੋ ਇਸ ਕਰਕੇ 400 ਕੋਹ ਉੱਡਣ ਵਾਲੇ ਹੰਸ ਦੀ ਰੀਸ ਕੁੱਕੜ ਨਹੀਂ ਕਰ ਸਕਦਾ, ਕੋਈ ਵੀ ਪੰਛੀ ਉਹਦੀ ਰੀਸ ਨਹੀਂ ਕਰ ਸਕਦਾ। ਸੋ ਤਾਂ ਤੇ ਇਸੇ ਪ੍ਰਕਾਰ ਮਹਾਰਾਜ ਨੇ ਟਟੀਰੀ ਦਾ ਪ੍ਰਮਾਣ ਦਿੱਤਾ ਕਿ ਕਿੱਥੇ ਹੰਸ ਤੇ ਕਿੱਥੇ ਟਟੀਰੀ, ਤੇ ਕਿੱਥੇ ਹੰਸ ਤੇ ਕਿੱਥੇ ਬਗਲਾ। ਹੰਸ ਇੱਕੋ ਹੀ ਆ, ਤੇ ਉਹ ਦੇਖੋ ਕਿੰਨੇ ਨੇ, ਬਗਲਾ ਹੈ, ਕਾਂ ਹੈ, ਟਟੀਰੀ ਹੈ, ਇਸੇ ਤਰ੍ਹਾਂ ਕੁੱਕੜ ਹੈ, ਹੋਰ ਬਥੇਰੇ ਜਾਨਵਰ ਦੱਸੇ ਨੇ, ਪਰ ਹੰਸ ਹੀ ਹੈ। ਬਾਕੀ ਸਾਰੇ ਛੋਟੇ ਛੋਟੇ ਪੰਛੀ ਨੇ, ਉਹ ਆਪਣੇ ਵਿੱਚ ਬਹੁਤ ਵੱਡੇ ਨੇ, ਪਰ ਆਤਮਿਕ ਤੌਰ ਤੇ ਵੱਡੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਆਤਮਿਕ ਵਿਅਕਤੀਆਂ ਨਾਲ ਬੁੱਧੀਜੀਵੀ ਟੱਕਰ ਲੈਣ ਦਾ ਯਤਨ ਕਰਦੇ ਰਹਿੰਦੇ ਹਮੇਸ਼ਾ, ਫਿਰ ਉਹਨਾਂ ਨੂੰ ਬਹੁਤ ਘਾਟਾ, ਬਹੁਤ ਨੁਕਸਾਨ ਹੁੰਦਾ, ਕਿਉਂਕਿ ਆਤਮਾ ਤੇ ਪ੍ਰਮਾਤਮਾ ਇੱਕੋ ਹੀ। ਆਤਮਿਕ ਜੀਵ ਜਿਹੜੇ ਨੇ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ, ਤੇ ਬੁੱਧੀ ਜਿਹੜੀ ਹੈ ਇਹ ਸੰਸਾਰ ਤੱਕ ਤਾਂ ਬਹੁਤ ਕਾਮਯਾਬ ਹੈ। ਬੁੱਧੀ ਸੰਸਾਰੀ ਜੀਵ ਦੀ ਤੇ ਆਤਮਿਕ ਜੀਵ ਵੱਖਰੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਨਾਂ ਦਾ ਜੋੜ ਮੇਲ ਬਣਦਾ ਹੀ ਨਹੀਂ, ਹਮੇਸ਼ਾ ਹੀ ਉਲਟ ਚੱਲਣਗੇ। ਜਿਹੜੀ ਗੱਲ ਆਤਮਿਕ ਜੀਵ ਕਹਿੰਦੇ ਨੇ ਉਹਨੂੰ ਛੋਟੀ ਬਣਾਉਣਗੇ, ਕਹਿਣਗੇ ਇਹ ਗੱਲ ਗਲਤ ਕਰ ਰਿਹਾ, ਮੈਂ ਠੀਕ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਗੁਰਬਾਣੀ ਹੈ ਇਹ ਆਤਮਿਕ ਚੀਜ਼ ਹੈ, ਜਿਹੜੀ ਗੁਰਸਿੱਖੀ ਹੈ ਇਹ ਆਤਮਿਕ ਚੀਜ਼ ਹੈ, ਸ਼ਬਦ ਦੀ ਕਮਾਈ ਆਤਮਿਕ ਚੀਜ਼ ਹੈ, ਗੁਰੂ ਘਰ ਦਾ ਸਮੁੱਚਾ ਕੰਮ ਹੀ ਆਤਮਿਕ ਹੈ। ਇਹਦਾ ਦੂਜਾ ਨਾਮ ਵਿਵੇਕ ਬੁੱਧੀ ਹੈ। ਜਿੱਥੇ ਇੱਕ ਬੁੱਧੀ ਹੈ ਉਹਦੇ ਮੰਦ ਬੁੱਧੀ ਵੀ ਹੈ, ਉੱਥੇ ਸਧਾਰਨ ਬੁੱਧੀ ਵੀ ਹੈ। ਉੱਥੇ ਗੁਰਾਂ ਨੇ ਇੱਕ ਬੁੱਧੀ ਬਖਸ਼ੀ ਬਾਣੀ 'ਚ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਉਹ ਗਿਆਨ ਵਾਲੀ ਬੁੱਧੀ, ਜਿਹੜੀ ਆਤਮਿਕ ਗਿਆਨ ਵਾਲੀ ਬੁੱਧੀ, ਉਸੇ ਚੀਜ਼ ਵਿੱਚ ਤਬਦੀਲੀ ਹੋ ਗਈ ਜਦੋਂ ਉਹੀ ਵਿਵੇਕ ਵਾਲੀ ਬਣ ਗਈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਅੱਜ ਦਾ ਉਪਦੇਸ਼ ਕਰ ਰਹੇ ਨੇ, ਕਹਿੰਦੇ ਜਿਹੜੀ ਬੁੱਧੀ ਵਾਲੇ ਨੇ ਉਹ ਆਪਣਾ ਆਪ ਗਵਾ ਨਹੀਂ ਸਕੇ, ਉਹਨਾਂ 'ਚ ਇਹੀ ਨੁਕਸਾਨ ਹੋ ਜਾਂਦਾ। ਬੁੱਧੀ ਵਾਲੇ ਨੂੰ ਹੰਕਾਰ ਹੀ ਹੋਈ ਜਾਂਦਾ। ਆਤਮਿਕ ਜੀਵ ਹੰਕਾਰ ਦੀ ਨਿਵਰਤੀ ਤੋਂ ਬਾਅਦ ਹੀ ਆਤਮ ਮਾਰਗ ਤੇ ਚੱਲਦਾ, ਬੁੱਧੀ ਵਾਲਾ ਹਉਮੈ ਨੂੰ ਨਾਲ ਲੈ ਕੇ ਹੀ ਤੁਰਦਾ। ਇਸੇ ਕਰਕੇ ਉਹਨਾਂ ਦੋਨਾਂ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਬੁੱਧੀ ਤੱਕ ਪਹੁੰਚਿਆ ਹੋਇਆ ਸੀ, ਸਿਰੇ ਲੱਗਿਆ ਹੋਇਆ ਹਰਨਾਕਸ਼ ਰਾਵਣ, ਆਪਣੇ ਆਪ ਨੂੰ ਜੋ ਬਹੁਤ ਬੁੱਧੀਮਾਨ ਸਮਝਦੇ, ਪਰ ਉਹਨਾਂ ਦੋਨਾਂ ਕੋਲ ਆਤਮਿਕ ਗਿਆਨ ਨਹੀਂ ਸੀ। ਕੰਸ ਕੋਲੇ, ਦੁਰਯੋਧਨ ਕੋਲੇ, ਨਰੰਗੇ ਵਰਗਿਆਂ ਕੋਲੇ ਆਤਮਿਕ ਗਿਆਨ ਨਹੀਂ ਸੀ। ਹੋਰ ਵੀ ਕਿੰਨੇ ਹੋਏ ਨੇ ਆਤਮਿਕ ਗਿਆਨ ਤੋਂ ਬਿਨਾਂ ਬੁੱਧੀ ਤੱਕ ਸੀਮਿਤ ਰਹੇ ਨੇ। ਉਹ ਇੰਨੀ ਉੱਚੀ ਬੁੱਧੀ ਦੇ ਮਾਲਕ ਸੀ ਕਿ ਉਹਨਾਂ ਦੇ ਬਰਾਬਰ ਕੋਈ ਹੋਰ ਖੜਦਾ ਹੀ ਨਹੀਂ ਸੀ। ਫਿਰ ਉੱਥੇ ਆਤਮਿਕ ਗਿਆਨੀਆਂ ਨੂੰ ਭੇਜਣਾ ਪਿਆ ਕਿ ਜਾਓ ਇਹਨੂੰ ਬੁੱਧੀ ਵਾਲੇ ਨੂੰ ਜਰਾ ਇਹਦੇ ਹੰਕਾਰ ਨੂੰ ਸਬਕ ਸਿਖਾਓ ਜਾ ਕੇ। ਉੱਥੇ ਫਿਰ ਆਤਮਿਕ ਤੌਰ ਤੇ ਜਾ ਕੇ ਜਿਹੜੇ ਪ੍ਰਬਲ ਸਨ ਉਹਨਾਂ ਨੇ ਜਾ ਕੇ ਉਹਨਾਂ ਨੂੰ ਖਤਮ ਕੀਤਾ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ, ਗੁਰਸਿੱਖ ਇਹ ਬਚਨ ਸਿੱਖ ਲਓ ਵੀ ਆਪਾਂ ਨੇ ਵਿਵੇਕ ਬੁੱਧੀ ਤੋਂ ਕੰਮ ਲੈਣਾ ਜੋ ਸਤਿਗੁਰਾਂ ਨੇ ਬਖਸ਼ੀ ਹੈ। ਆਪਾਂ ਨੇ ਚੌਥੇ ਪਦ ਵਿੱਚ ਜਿਉਣਾ ਜੋ ਆਤਮਿਕ ਅਵਸਥਾ ਹੈ। ਥੱਲੇ ਵਾਲੀਆਂ ਤਿੰਨ ਅਵਸਥਾ ਦਾ ਤਿਆਗ ਕਰ ਦਈਏ। ਤਮੋ ਰਜੋ ਤਾਂ ਆਪਣੇ ਹਿੱਸੇ 'ਚ ਹੀ ਹੈ ਨਹੀਂ, ਸਤੋ ਹੈ, ਸਤੋ ਨਾਲ ਆਪਾਂ ਉੱਪਰ ਚਲੇ ਜਾਂਦੇ ਹਾਂ ਆਤਮਿਕ ਪਦ ਦੇ ਵਿੱਚ। ਜਦੋਂ ਆਪਾਂ ਆਤਮਿਕ ਪਦ ਵਿੱਚ ਜਾਂਦੇ ਹਾਂ ਬੁੱਧੀ ਦੀ ਸਿਆਣਪ ਨੂੰ ਛੱਡ ਕੇ, ਉਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਗੁਰ ਸ਼ਬਦੀਆ ਬਣ ਜਾਂਦਾ, ਸੱਚੀ ਲਿਵ ਲਾ ਲੈਂਦਾ ਹੈ। ਜਿਹੜੇ ਆਤਮਿਕ ਜੀਵ ਨੇ ਉਹਨਾਂ ਤੇ ਹੀ ਸਾਰੀ ਕਥਾ ਹੁੰਦੀ ਗੁਰਬਾਣੀ ਦੀ। ਸੱਚ ਬਣੰਜਹਿ ਸੱਚ ਸੰਗਰਹਿ, ਸੱਚ ਵਾਪਾਰ ਕਰਾ ਬਣਿਆ। ਸੋ ਜੋ ਆਪ ਗੁਰੂ ਸਾਹਿਬ ਕੋਲੋਂ ਸੱਚੇ ਨਾਮ ਨੂੰ ਬਣ ਜਾਏ ਤਾਂ ਭਾਵ ਖਰੀਦਦਾ ਪਹਿਲਾਂ, ਗੁਰੂ ਸਾਹਿਬ ਤੋਂ ਲੈਂਦਾ ਨਾਮ ਦੀ ਦਾਤ, ਤੇ ਸੱਚ ਸੰਗ੍ਰਹਿ, ਫਿਰ ਹਿਰਦੇ ਦੇ ਵਿੱਚ ਸੱਚ ਨੂੰ ਇਕੱਤਰ ਕਰਦਾ ਹੈ। ਨਾਮ ਦੀ ਦਾਤ ਲੈ ਕੇ, ਜਿਵੇਂ ਆਪਾਂ ਬੈਂਕ ਦਾ ਅਕਾਊਂਟ ਖੋਲ੍ਹ ਲਈਏ ਥੋੜ੍ਹੇ ਜਿਹੇ ਪੈਸਿਆਂ ਨਾਲ, ਫਿਰ ਉਹਦੇ 'ਚ ਜਮ੍ਹਾਂ ਕਰੀ ਜਾਂਦੇ ਆ। ਇਸੇ ਤਰ੍ਹਾਂ ਸਤਿਗੁਰੂ ਦੇ ਦਰ 'ਤੇ ਉਹਨਾਂ ਦਾ ਪੁੱਤਰ ਬਣ ਕੇ, ਅੰਮ੍ਰਿਤ ਛਕ ਕੇ, ਗੁਰੂ ਵਾਲਾ ਬਣ ਕੇ, ਫਿਰ ਪੰਜਾਂ ਪਿਆਰਿਆਂ ਤੋਂ ਨਾਮਦਾਨ ਲੈ ਕੇ ਫਿਰ ਉਹਨੂੰ ਜਮ੍ਹਾਂ ਕਰੀ ਜਾਂਦਾ ਹੈ।
रोज़ 1 घंटा 2 घंटे 3 घंटे वाहिगुरू मंत्र का अभ्यास करता है, मूल मंत्र का करता है, ये खजाने विच हौली हौली नाम की पूंजी जमा होने लग जाती है। नाम की पूंजी आत्मक अभ्यासियों की है, दुनियावी पूंजी दुनियावी पैसा बुद्धिजीवियों की चीज़ है। हुण इन्हां दोनों की पैरल सरकार वांगू बराबर बराबर हिसाब किताब चली जाता। हुण इन्हां दी टकराव विच आ जाती गल कि असीं सियाणे आ, पर आत्मक व्यक्ति कहता मैं सियाणा नहीं, मैं तो गुरु के हुक्म अनुसार चलदा। वो गुरमुख प्यारा बन जाता है। बुद्धि वाला अपनी बुद्धि की हौमै ते संसारक पूंजी संसारक पदार्थां की गल करदा, जदों करदा जब बोला तब फीके, हुण जद गल करनी फिक्की होई करनी। आत्मक व्यापारी जिहड़े हमेशा नाम रस की गल करते हैं, सच व्यापार करावणिया, वो होरां कोलों भी सच्चे नाम का व्यापार कराउंदे ने। पहला आप खरीदते हैं 5 प्यारिਆਂ तो नाम सिर दे के, पहला 5 ने लिया गुरां पासों, व्यापार बड़ा तगड़ा किया, सिर भेटा कर दिता अपना। फिर महाराज ने बख्शिश की है और अगे गुरमुखा ने 5 प्यारिਆਂ को नाम लिया। नाम का अधिकार ही सिर्फ जे मेरा नाम है, ये मैं ही वरत सकदा, मैं अपने साइन कर सकदा, ਜਾਂ मैं किसी को अपना अधिकार दे सकदा कि मेरी थां ये फार करके साइन कर सकदा, ये कोल अधिकार है। मेरा नाम होर बंदा किवें वरत सकदा? मेरा नाम मेरा ही है ते दूजे का नाम दूजे का। हुण परमात्मा सतगुरु सच्चे पातशाह कहते हैं, ये जे दुकानां खोल के बैठे ठगी ठोरी दियां नकली गुरु, ये किवें नाम दे सकते हैं? नाम मेरा दिंदे ये ने, ये दे ही नहीं सकते। कहते मैं नियुक्त किया गुरु नानक देव जी नूं भी तुसीं दुनिया ते जाके साडा नाम वंडना है, जपाउणा है। ये कौन हुंदे ने? दुनिया ये नहीं समझती कि नाम दे ही नहीं सकता, जदों ते किवें दे सकदा है नाम? पर संसार दे जीव विचारे जिथे मंद बुद्धियां ने, हुण तमोगुणी लोक ने, रजोगुणी लोक ने, सो इस प्रकार जो लोग ने वो सिर्फ बेसमझी कारण इधर उधर भटकते हैं। नाम का दाता केवल गुरु नानक देव जी, 3 लोकां च जिन्हों मर्जी जाके पुछ लो, भावें कोई किसी अपने धर्म के मुताबक जाप करके किसी भी देवी देवते को प्रगट करके उन्होंने पूछ लो, क्यों जी नामदान कित्थों मिलेगा? हालांकि आप साखी सुनी भाई भगीरथ की मलसीहा रहन वाला, जिन्होंने देवी ने कहा नामदान गुरु नानक देव जी तो मिलना, होर कोई नाम नहीं दे सकता, क्योंकि होर किसी को नाम है ही नहीं। लिया दिखाओ तुहाडे कोल कित्थे नाम। वैसे ही विचारे आम लोगों को नाम दे भुलेखे च पा के होर ही प्रकार दी चीज़ां सुना दिंदे। तां महाराज कहंदे ने रब दे प्यारे ब्रह्म ज्ञानी कानूनन पहलां महाराज सच्चे पातशाह को नाम की दात लेंदे ने, फिर वो आप जपदे ने। फिर जदों उन्हां कोल बहुत ज़्यादा पूंजी जमा हो जाती है, वो फिर पूंजी इन्नी ज़्यादा खाव है कर चाहे रल मिल भाई, टोट ना आवे वध दो जाई। फिर वो दूजियां नूं भी जपाउंदे ने, दूजियां ते भी गुरु साहब की आग्या लैके किरपा करते। महाराज सच्चे पातशाह आप कहते ने भाई इनू दे दे 7 वचन, महाराज भाई इन्हां नूं वंड दे, हुण इन्हां नूं इस पासे ला दे। वो हुक्मी बंदा बन के वाहिगुरू के हुक्म अनुसार वंडदा है। जिवें 10वें पातशाह ने पहलां इन्नी तपस्या की है, द्वैत एक रूप हवै गयो हो गए, उस तो बाद हुक्म होया जाओ संसार ते वंडो, जाके बरखा करो नाम दी। गुरु नानक देव जी ने नाम की बरखा की। पहलां 36 युग तक वाहिगुरू मंत्र का अभ्यास ही किया, फिर अभ्यास करन तो बाद वंडिया। हमेशा कमाई करके ही वंडी जाती है, बिना कमाई तो आपां की वंडांगे? जिन्हां दी कमाई नहीं वो की वंड सकते किसी नूं। इस करके महाराज कहते हैं सच व्यापार करा बनिया। वो होरनां कोलों भी सच्चे नाम का व्यापार कराउंदे ने, उन्हां नूं नाम जपाउंदे ने। औ वारी जियो वारी हर गुण अन दिन गा बनिया। मन बाणी शरीर करके मैं बलिहार जावां उन्हां तो, जिहड़े हर वक्त रात दिन एक रस परमात्मा के गुणां का गायन करते ही रहंदे ने। उन्हां नूं दूजी गल ही नहीं चंगी लगदी। वो ये समझते हैं कि गल्लां करना एक घाटे का काम है।
ਆਪਣਾ ਇਧਰ ਉਧਰ ਟਾਈਮ ਬਰਬਾਦ ਨਹੀਂ ਕਰਦੇ। ਉਹ ਟਾਈਮ ਦੀ ਬਹੁਤ ਚੱਜੀ ਵਰਤੋਂ ਕਰਦੇ ਨੇ। ਉਹਨਾਂ ਨੂੰ ਪਤਾ ਕਿ ਮੇਰੇ ਕੋਲ ਟਾਈਮ ਥੋੜਾ। ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇ ਬਣਿਆ ਰਹਾਉ। ਹੇ ਵਾਹਿਗੁਰੂ, ਮੈਂ ਤਾਂ ਆਪ ਦਾ ਦਾਸ ਹਾਂ, ਸੇਵਾਦਾਰ, ਸੇਵਕ। ਤੁਸੀਂ ਮੇਰੇ ਮਾਲਕ ਹੋ। ਇੱਥੇ ਬਿਰਤੀ ਖੜਾਉਣੀ ਆ ਗੁਰੂ ਘਰ ਚ ਆ ਕੇ। ਇੱਥੇ ਤਾਂ ਦਾਸ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਦਾਸ ਤਾਂ ਇੱਥੇ ਦੀਦਾ ਹੀ ਨਹੀਂ ਕੋਈ। ਉਹ ਕਹਿੰਦੇ ਮੈਂ ਤਾਂ ਮਾਲਕ ਆਪ ਹੀ ਹਾਂ। ਅਹੁਦਿਆਂ ਨੇ ਮਾਰ ਲਏ ਸਾਰੇ। ਜਿੰਨੀਆਂ ਲੜਾਈਆਂ ਹੁੰਦੀਆਂ ਅਹੁਦਿਆਂ ਪਿੱਛੇ, ਪੈਸਿਆਂ ਪਿੱਛੇ, ਮਾਨੋ ਐਵੇਂ ਲੱਗਦਾ ਵੀ ਕਿ ਗੁਰੂ ਘਰ ਨਹੀਂ ਹੈਗੇ। ਜੋ ਗੁਰੂ ਸਾਹਿਬ ਦੀ ਸਿੱਖਿਆ ਉਹਦੇ ਮੁਤਾਬਕ ਤਾਂ ਕੋਈ ਵੀ ਨਹੀਂ ਚੱਲਿਆ ਹੈ। ਪਰਮੇਸ਼ਰ ਇਹ ਸਾਰਾ ਤਮਾਸ਼ਾ ਦੇਖ ਰਹੇ ਆਪ। ਕਹਿੰਦੇ ਦੇਖੋ ਦਾਸਾ ਭਾਵ ਸਿਖਾਇਆ ਸੀ, ਦਾਸਾ ਭਾਵ ਹੀ ਹੈ ਨਹੀਂ ਕਿਸੇ 'ਚ। ਇਹ ਨਹੀਂ ਕਹਿੰਦੇ ਕਿ ਮੈਂ ਤੁਹਾਡਾ ਦਾਸ ਹਾਂ, ਸੇਵਾਦਾਰ ਹਾਂ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਹਮਣੇ ਕਹੀ ਜਾਂਦੇ ਨੇ, ਹੁਣ ਫਲਾਨਾ ਸਾਹਿਬ ਬੋਲੇਗਾ, ਫਲਾਨਾ ਸਾਹਿਬ। ਜਿਹੜਾ ਸਾਹਿਬ ਆ ਉਹਨੂੰ ਸਾਹਿਬ ਨਹੀਂ ਕਹਿੰਦੇ, ਉਹਦੀ ਹੋਂਦ ਹੀ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੇਅੰਤ ਗਲਤੀਆਂ ਕਰਦੇ ਨੇ, ਬੇਅੰਤ ਪ੍ਰਕਾਰ ਦੀਆਂ ਗਲਤੀਆਂ ਕਰਦੇ ਨੇ। ਇੱਥੇ ਦਾਸਾ ਭਾਵ ਕਿੱਥੇ? ਮਹਾਰਾਜ ਕਹਿੰਦੇ ਜਿਹੜਾ ਮੇਰੀ ਹਜ਼ੂਰੀ 'ਚ ਦਾਸ ਬਣ ਕੇ ਆਉਂਦਾ ਉਹ ਖੱਟ ਜਾਂਦਾ, ਤੇ ਜਿਹੜਾ ਹਉਮੈ ਸਹਿਤ ਆਇਆ ਉਹ ਇੱਥੋਂ ਕੁਝ ਨਹੀਂ ਜਾ ਸਕਦਾ। ਕਿਉਂਕਿ ਹਉਮੈ ਵਾਲਾ ਭਾਂਡਾ ਤਾਂ ਪਹਿਲਾਂ ਹੀ ਹਉਮੈ ਨਾਲ ਭਰਿਆ ਹੋਇਆ। ਦਾਸ ਦਾ ਭਾਂਡਾ ਤਾਂ ਨੀਵਾਂ ਹੁੰਦਾ, ਤੇ ਹਉਮੈ ਵਾਲੇ ਤੇ ਭਾਂਡਾ ਹੀ ਸਿਰ ਤੇ ਰੱਖਿਆ ਹੋਇਆ। ਮਹਾਰਾਜ ਕਹਿੰਦੇ ਨੇ ਜੋ ਗੁਰ ਉਪਦੇਸ਼ ਵਿੱਚ ਲੱਗੇ ਸੋ ਉਹਨਾਂ ਨੂੰ ਤੁਸੀਂ ਵਡਿਆਈ ਦਿੰਦੇ ਹੋ। ਸ਼ਬਦ ਵਡਿਆਈ ਦੇ ਬਣਿਆ। ਸ਼ਬਦ ਦੇ ਵਿੱਚ ਜਿਹੜੇ ਜੁੜੇ ਨੇ, ਜਿਹਨਾਂ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਉਪਦੇਸ਼ ਨੂੰ ਸੁਣਿਆ ਹੈ, ਜਿਨ੍ਹਾਂ ਨੇ ਸ਼ਬਦ ਲੈ ਕੇ ਪੰਜਾਂ ਪਿਆਰਿਆਂ ਤੋਂ ਸ਼ਬਦ ਦਾ ਅਭਿਆਸ ਕੀਤਾ, ਸ਼ਬਦ ਦੀ ਕਮਾਈ ਕਰਨ ਵਾਲਿਆਂ ਤੇ ਤੁਸੀਂ ਕਿਰਪਾ ਕਰਦੇ ਹੋ। ਫਿਰ ਉਹਨਾਂ ਨੂੰ ਨਾਮ ਦੀ ਵਡਿਆਈ ਦਿੰਦੇ ਹੋ, ਉਹਨਾਂ ਨੂੰ ਵੱਡੇ ਬਣਾ ਦਿੰਦੇ ਹੋ। ਵੱਡੇ ਬਣਨਾ ਇਹ ਨਹੀਂ ਹੁੰਦਾ ਕਿ ਇੱਥੇ ਦੁਨੀਆ ਦੇ ਚਾਰ ਬੰਦੇ ਝੁਕ ਜਾਣ ਤੇ ਮੈਂ ਵੱਡਾ ਬਣ ਗਿਆ। ਵੱਡਾ ਉਹ ਜਿਹਦੇ ਮੂਹਰੇ ਆ ਕੇ ਕੁੱਲ ਕਾਇਨਾਤ ਝੁਕ ਜਾਵੇ, ਉਹ ਵੱਡਾ ਹੈ। ਰੱਬ ਦੇ ਪਿਆਰਿਆਂ ਅੱਗੇ ਸਾਰੇ ਹੀ ਝੁਕ ਜਾਂਦੇ ਨੇ, ਚਾਹੇ ਉਹ ਗੁਪਤ ਨੇ ਚਾਹੇ ਪ੍ਰਗਟ ਨੇ, ਹਰ ਕੋਈ ਝੁਕਦਾ। ਰੱਬ ਦੇ ਪਿਆਰਿਆਂ ਨੂੰ ਮਾਣ ਵਡਿਆਈ ਮਿਲ ਜਾਂਦੀ ਹੈ। ਇਸ ਤਰ੍ਹਾਂ ਜਿਹਨੂੰ ਰੱਬ ਆਪਣਾ ਪੁੱਤ ਬਣਾ ਲੈਂਦਾ, ਇਹ ਮੇਰਾ ਬੇਟਾ ਹੈ, ਇਹ ਮੇਰਾ ਲਾਲ ਹੈ, ਮੇਰਾ ਪੁੱਤ, ਉਹਨੂੰ ਸਾਰੇ ਹੀ ਮੱਥਾ ਟੇਕਣ ਆਉਂਦੇ ਨੇ। ਵਜ਼ੀਰ ਕਿੱਡਾ ਹੀ ਹੋਵੇ, ਵਜ਼ੀਰ ਕਿੱਡਾ ਹੀ ਹੋਵੇ, ਪਰ ਰਾਜੇ ਦੇ ਪੁੱਤ ਮੂਹਰੇ ਵਜ਼ੀਰ ਵੀ ਵੱਡਾ ਨਹੀਂ ਹੈ। ਰਾਜੇ ਦਾ ਪੁੱਤ ਰਾਜੇ ਦਾ ਪੁੱਤ ਹੀ ਹੁੰਦਾ। ਇਸ ਕਰਕੇ ਜਿਹੜਾ ਕਲਗੀਆਂ ਵਾਲੇ ਦਾ ਪੁੱਤ ਬਣ ਗਿਆ ਅੰਮ੍ਰਿਤ ਛਕ ਕੇ, ਕਈ ਸੁਣ ਕੇ ਹੈਰਾਨ ਹੁੰਦੇ ਨੇ ਵੀ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਨਾਮ ਦੀ ਬਖਸ਼ਿਸ਼ ਕਰਦੇ ਨੇ, ਉਹਦੇ ਮੂਹਰੇ ਸਾਰੇ ਹੀ ਝੁਕਦੇ ਨੇ ਆ ਕੇ। ਕੋਈ ਨਹੀਂ ਐਸਾ ਜਿਹੜਾ ਉਹਦੇ ਅੱਗੇ ਨਾ ਨਮਸਕਾਰ ਕਰੇ, ਪਰ ਉਹਦੇ ਹਿਰਦੇ 'ਚ ਨਾਮ ਦਾ ਵਾਸਾ ਹੋਣਾ ਚਾਹੀਦਾ, ਆਤਮਿਕ ਜੀਵਨ ਹੋਣਾ ਚਾਹੀਦਾ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਫਿਰ ਤਿੰਨੇ ਲੋਕ ਉਹਦੇ ਅਧੀਨ। ਜਿੰਨੀ ਰਾਜੇ ਦੀ ਵਡਿਆਈ ਹੁੰਦੀ ਹੈ ਉਨੀ ਰਾਜਕੁਮਾਰ ਦੀ ਵੀ ਹੁੰਦੀ। ਬ੍ਰਹਮ ਗਿਆਨੀ ਦੀ ਵਡਿਆਈ ਵੀ ਓਨੀ ਹੋ ਜਾਂਦੀ ਜਿੰਨੀ ਪਰਮੇਸ਼ਰ ਦੀ ਹੁੰਦੀ ਹੈ, ਇੱਕੋ ਬਰਾਬਰ। ਇੰਨੀ ਵੱਡੀ ਵਡਿਆਈ ਕਿ ਜਦ ਬਾਬਾ ਬੁੱਢਾ ਜੀ ਆਉਂਦੇ ਸੀ, ਉਸ ਵਕਤ ਮਹਾਰਾਜ ਉੱਠ ਕੇ ਖੜੇ ਹੋ ਜਾਂਦੇ, ਗੁਰੂ ਅੰਗਦ ਦੇਵ ਜੀ, ਆਓ ਬਾਬਾ ਜੀ ਸਤਿਕਾਰ ਨਾਲ। ਤੀਜੇ ਪਾਤਸ਼ਾਹ ਨੇ ਬਹੁਤ ਸਤਿਕਾਰ ਦਿੱਤਾ, ਚੌਥਿਆਂ ਨੇ ਬੜਾ, ਪੰਜਵਿਆਂ ਨੇ, ਇੱਥੋਂ ਤੱਕ ਛੇਵੇਂ ਪਾਤਸ਼ਾਹ ਜੇ ਪਤਾ ਲੱਗ ਜਾਂਦਾ ਅੱਜ ਬਾਬਾ ਜੀ ਆਏ ਰਮਦਾਸ ਨਗਰ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ, ਮਹਾਰਾਜ ਜੀ ਆਪ ਲੈਣ ਗਏ ਅੱਗਿਓਂ, ਆਓ ਬਾਬਾ ਜੀ, ਔਰ ਆਪਣੇ ਨਾਲ ਬਿਠਾ ਲਿਆ ਗੱਦੀ ਤੇ। ਇੰਨਾ ਵੱਡਾ ਸਤਿਕਾਰ, ਇੰਨਾ ਵੱਡਾ ਮਾਣ ਪਰਮੇਸ਼ਰ ਨੇ ਦਿੱਤਾ ਆਪ। ਬ੍ਰਹਮ ਗਿਆਨੀਆਂ ਨੂੰ ਸਦੀਵ ਕਾਲ ਸਤਿਗੁਰੂ ਮਾਣ ਦਿੰਦੇ, ਇਹ ਮੇਰਾ ਪੁੱਤ, ਇਹ ਮੇਰਾ ਪੁੱਤਰ ਹੈ। 10ਵੇਂ ਪਾਤਸ਼ਾਹ ਨੇ ਸ੍ਰੀ ਮੁਕਤਸਰ ਸਾਹਿਬ ਮਾਣ ਦਿੱਤਾ, ਇਹ ਮੇਰਾ 5000 ਇਹ 10,000, ਇਹ ਮੇਰਾ 20,000, ਇਉਂ ਖਿਤਾਬ ਬਖਸ਼ੇ। ਜਿਨ੍ਹਾਂ ਸਿੰਘ ਸ਼ਹੀਦ ਹੋ ਗਏ ਸਾਰੇ, ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ, ਪੰਜਾਂ ਪਿਆਰਿਆਂ ਨੂੰ ਆਪਣੇ ਨਾਲੋਂ ਵੀ ਵੱਡਾ ਦਰਜਾ ਦਿੱਤਾ। ਉਹ ਪੰਜ ਪਿਆਰਿਆਂ ਨੂੰ ਕਹਿਣ ਲੱਗੇ, ਖਾਲਸਾ ਜੀ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਪੰਜਾਂ ਨੂੰ ਹੋਰ ਵੱਡਾ ਮਾਣ ਬਖਸ਼ਿਆ। ਸਤਿਗੁਰੂ ਆਪਣੇ ਨਾਲੋਂ ਵੀ ਮਾਣ ਆਪਣੇ ਸਿੱਖ ਨੂੰ ਜ਼ਿਆਦਾ ਦਿੰਦੇ ਨੇ, ਪਰ ਹੋਵੇ ਉਹ ਸਿੱਖ। ਗੱਲ ਸਿੱਖ ਦੀ ਕਰ ਰਹੇ ਹਾਂ ਆਪਾਂ, ਗੱਲ ਖਾਲਸੇ ਦੀ ਹੋ ਰਹੀ, ਗੱਲ ਸਿੰਘ ਦੀ ਹੋ ਰਹੀ ਹੈ। ਜਿਹੜਾ ਖਾਲਸਾ ਹੈ, ਸਿੰਘ ਹੈ, ਪੂਰਨ ਗੁਰਸਿੱਖ ਹੈ, ਸਵਾਸ ਸਵਾਸ ਸਿਮਰਨ ਹੈ, ਰੋਮ ਰੋਮ ਜਾਪ ਹੈ, ਰਹਿਤ ਮਰਿਆਦਾ 'ਚ ਪੱਕਾ ਹੈ, ਮਹਾਰਾਜ ਜੀ ਉਹਨੂੰ ਬਹੁਤ ਮਾਣ ਦਿੰਦੇ ਨੇ, ਬਹੁਤਾ ਸਤਿਕਾਰ ਦਿੰਦੇ ਨੇ, ਇੰਨਾ ਕਿ ਦੱਸ ਹੀ ਨਹੀਂ ਸਕਦੇ।
ਅਤ ਕਥਨੀ ਹੋ ਜਾਂਦੀ ਕਈ ਵਾਰੀ, ਇੰਨਾ ਮਾਣ ਕੇ ਉੱਠ ਕੇ ਆਪ ਖੜੇ ਹੋ ਜਾਣਾ, ਇਹਦੇ ਨਾਲੋਂ ਹੋਰ ਵੱਡੀ ਕੋਈ ਗੱਲ ਨਹੀਂ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸ ਹੈ, ਗੁਰੂ ਸਾਹਿਬ ਜੀ ਸਤਿਕਾਰ ਬਹੁਤ ਕਰਦੇ ਕਮਾਈ ਵਾਲੇ ਦਾ। ਇਸ ਕਰਕੇ ਜਿਹੜੇ ਕਮਾਈਆਂ ਕਰਦੇ ਨੇ ਉਹਨਾਂ ਦਾ ਸਤਿਗੁਰੂ ਮਹਾਰਾਜ ਮਾਣ ਆਦਰ ਪਰਲੋਹ ਤੱਕ ਆਪ ਕਰਵਾਉਂਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ। ਜਦੋਂ ਉਹ ਅਕਾਲ ਪੁਰਖ ਸੱਚਾ ਪ੍ਰਮਾਤਮਾ ਮੇਰੇ ਮਨ ਵਿੱਚ ਭਾ ਗਿਆ, ਚੰਗਾ ਲੱਗਿਆ, ਉਹ ਵੇਲਾ ਦਿਨ ਦਾ ਵਕਤ ਰਾਤ ਦਾ ਸਾਰਾ ਹੀ ਸ਼ੋਭਨੀਕ ਸਫਲਾ ਹੋ ਗਿਆ। ਕਿਉਂਕਿ ਮੇਰੇ ਮਨ ਨੂੰ ਜਦੋਂ ਭਾ ਗਿਆ, ਮਨ ਖਿੱਚ ਕੇ ਲਿਆਉਣਾ ਪੈਂਦਾ, ਬਹੁਤ ਸਮਝਾਉਣਾ ਪੈਂਦਾ, ਕਈ ਸਾਲਾਂ ਤੱਕ ਮਨ ਨੂੰ ਕਥਾ ਸੁਣਾਉਣੀ ਪੈਂਦੀ ਹੈ। ਕਥਾ ਵਿੱਚ ਚੰਗਾ ਭਲਾ, ਬਾਅਦ ਵਿੱਚ ਫੇਰ ਹੋਇਆ ਜੇ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਹ ਤਿੰਨ ਅਵਸਥਾ ਵਿੱਚ ਗੁਰਮੁਖ ਨੂੰ ਵਰਤਣਾ ਪੈਂਦਾ। ਵੇਦੰ ਗਿਆਨ ਦੀ ਕਥਾ ਤੇ ਨਾਦੰ ਕੀਰਤਨ ਵਿੱਚ, ਨਹੀਂ ਤਾਂ ਫਿਰ ਰਹਿਆ ਸਮਾਈ। ਨਹੀਂ ਤਾਂ ਗੁਰਮੁਖ ਨੂੰ ਚਾਹੀਦਾ ਕਿ ਉਹ ਅਭਿਆਸ ਵਿੱਚ ਸਮਾਇਆ ਰਹੇ, ਨਹੀਂ ਮਨ ਨੇ ਫੇਰ ਟੇਢਾ ਹੋ ਜਾਣਾ। ਕਹਿੰਦੇ ਕੂਕਰ ਦੀ ਪੂੰਛ 12 ਸਾਲ ਬੰਝਲੀ 'ਚ ਪਾ ਕੇ ਰੱਖੀ, ਸਿੱਧੀ ਹੋ ਜਾਏਗੀ। ਜਦੋਂ ਬਾਹਰ ਕੱਢੀ ਫੇਰ ਬਿੰਗੀ ਦੀ ਬਿੰਗੀ। ਕਹਿੰਦੇ ਇਹਨੂੰ ਸਿੱਧੀ ਕਿਵੇਂ ਰੱਖੀਏ? ਕਹਿੰਦੇ ਬੰਝਲੀ 'ਚ ਹੀ ਪਾ ਰੱਖੋ। ਬੰਝਲੀ ਕਾਹਨੂੰ ਲਾਉਣੀ ਨਾਲੋਂ, ਇਹਨੇ ਕਿਹੜਾ ਸਿੱਧੀ ਹੋਣਾ। ਇਹ ਮਨ ਕੂਕਰ ਦੀ ਪੂੰਛ ਵਰਗਾ ਟੇਢਾ ਜਿਹਾ ਹੈ ਜਾਂ ਭੈੜਾ, ਜਿਹਦੀ ਤਾਂ ਕਥਾ ਸੁਣਦਾ ਦੇਵਤਾ ਬਣ ਜਾਂਦਾ, ਕੀਰਤਨ ਸੁਣਦਾ ਬਰਾਗੀ ਹੋ ਜਾਂਦਾ, ਸਿਮਰਨ ਕਰਦਾ ਤਿਆਗੀ ਹੋ ਜਾਂਦਾ, ਤੇ ਜਿਉਂ ਹੀ ਇਹ ਤੋਂ ਪਾਸੇ ਹਟਿਆ ਉੱਥੇ ਹੀ ਬਿੰਗਾ ਹੋ ਜਾਂਦਾ, ਟੇਢਾ ਹੋ ਜਾਂਦਾ, ਮਾਇਆਵੀ ਹੋ ਜਾਂਦਾ, ਸਵਾਦੂ ਹੋ ਜਾਂਦਾ। ਮਹਾਰਾਜ ਕਹਿੰਦੇ ਇਸ ਕਰਕੇ ਇਹਨੂੰ ਰੱਖੋ ਹੀ ਬਾਣੀ ਦੇ ਪਰਛਾਵੇਂ ਥੱਲੇ, ਬਾਣੀ ਦੀ ਛਾਂ ਥੱਲੇ ਰੱਖੋ। ਇਹਨੂੰ ਬਾਣੀ ਨੂੰ ਸੁਣਾਈ ਜਾਓ, ਸੁਣਾਈ ਜਾਓ। ਇਹ ਬਾਣੀ ਨਾਲ ਹੀ ਠੀਕ ਰਹਿੰਦਾ। ਜਿਉਂ ਹੀ ਬਾਣੀ ਪਾਸੇ ਹੋਈ ਨਹੀਂ ਇਹ ਵਿਗੜਿਆ ਨਹੀਂ, ਜਿਉਂ ਹੀ ਸਿਮਰਨ ਤੋਂ ਹਟੇ ਨਹੀਂ ਇਹ ਵਿਗੜਿਆ ਨਹੀਂ। ਸਤਸੰਗਤ ਰੂਪ ਕਿਲੇ ਵਿੱਚ ਤਾਈਓ ਕਹਿੰਦੇ ਰੱਖੋ, ਸਤਸੰਗਤ ਵਿੱਚ ਰੱਖੋ, ਫੇਰ ਹੀ ਇਹ ਮਨ ਸਿੱਧਾ ਰਹਿ ਸਕਦਾ ਆਪਣਾ, ਨਹੀਂ ਤਾਂ ਉਸੇ ਟਾਈਮ ਹੀ ਵਿਗੜ ਜਾਂਦਾ। ਮਾੜੀ ਜਿਹੀ ਕੁਸੰਗਤ ਹੋਈ ਉੱਥੇ ਹੀ ਛਾਲਾਂ ਮਾਰ ਲੱਗ ਜਾਂਦਾ। ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਸੱਚੇ ਸੇਵਿਆ, ਸੱਚੇ ਨਾਮ ਦੇ ਸੇਵਨ ਤੋਂ ਭਾਵ ਜਪਣ ਕਰਕੇ ਸੱਚੀ ਵਡਿਆਈ ਹੁੰਦੀ ਬੰਦੇ ਦੀ, ਪਰ ਸਤਿਗੁਰੂ ਦੀ ਕਿਰਪਾ ਨਾਲ ਹੀ ਸੱਚ ਨਾਮ ਪ੍ਰਾਪਤ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੱਡ ਕੇ ਨਹੀਂ ਕੁਝ ਬਣਨਾ। ਕਈ ਕਹਿੰਦੇ ਮੈਂ ਵੈਸੇ ਇਕੱਲਾ ਹੀ ਬਣਾ ਲਾਂਗਾ ਸਾਰਾ ਕੁਝ। ਸਤਿਗੁਰੂ ਨੂੰ ਤਾਂ ਵਿੱਚ ਰੱਖਣਾ ਪੈਣਾ, ਇੱਥੇ ਤਾਂ ਆਪਾਂ ਕਰ ਲਾਂਗੇ। ਕਈ ਕਹਿੰਦੇ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ, ਵੈਸੇ ਅਭਿਆਸ ਬਹੁਤ ਕਰਦਾ। ਫਿਰ ਗੁਰੂ ਤੋਂ ਬੇਮੁਖ ਹੋ ਕੇ ਅਭਿਆਸ ਓਨਾ ਕੁ ਫਲ ਦਿੰਦਾ ਜਿੰਨਾ ਕੁ ਆਪਾਂ ਕਰਦੇ ਹਾਂ। ਜਦੋਂ ਗੁਰੂ ਵਾਲੇ ਬਣ ਜਾਂਦੇ ਆ ਫਿਰ ਸਤਿਗੁਰੂ ਮਹਾਰਾਜ ਆਪ ਬਾਂਹ ਫੜ ਲੈਂਦੇ ਨੇ, ਕਹਿੰਦੇ ਹੁਣ ਮੇਰਾ ਬਣ ਗਿਆ ਪੁੱਤਰ। ਜਦ ਤੱਕ ਗੁਰੂ ਦਾ ਸਿੱਖ ਨਹੀਂ ਬਣਿਆ, ਪੁੱਤਰ ਨਹੀਂ ਬਣਿਆ, ਉਦੋਂ ਤੱਕ ਸਤਿਗੁਰੂ ਮਹਾਰਾਜ ਇਹਨੂੰ ਨਾਮਦਾਨ ਦੀ ਉਸ ਸਟੇਜ ਤੱਕ ਨਹੀਂ ਲੈ ਕੇ ਜਾਂਦੇ ਜਿੱਥੇ ਜਾਣਾ ਚਾਹੀਦਾ ਇਹਨੂੰ। ਇਹ ਬੜੇ ਬੜੇ ਅਕੜੇਵੇਂ ਰਹਿੰਦੇ ਆ, ਕਈ ਸਾਧੂਆਂ ਸੰਤਾਂ 'ਚ ਰਹਿੰਦੇ ਨੇ, ਨਹੀਂ ਅਸੀਂ ਤਾਂ ਐਂ ਕਰ ਦਿਆਂਗੇ। ਮੁੜ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੁੰਦਾ ਸੀ ਇੱਕ, ਬਹੁਤ ਉਹਦੀ ਮਾਨਤਾ ਸੰਤਾਂ ਦੀ, ਚੰਗੇ ਅਭਿਆਸੀ, ਸਭ ਕੁਛ ਦੇਖ ਲਓ ਵੀ ਪ੍ਰਕਾਸ਼ ਵੀ ਹੈ। ਕਹਿਣ ਲੱਗੇ ਮੈਂ ਸਰੀਰ ਛੱਡਣਾ 15 ਕੁ ਦਿਨ ਨੂੰ। ਕਿਸੇ ਨੂੰ ਫੋਨ ਕੀਤਾ ਕੈਨੇਡਾ ਦੇ ਵਿੱਚ, ਸੋ ਉਸ ਵਕਤ ਕਹਿਣ ਲੱਗੇ ਬਈ 15 ਦਿਨ ਨੂੰ ਚਲੇ ਜਾਣਾ, ਤੜਕੇ ਅੰਮ੍ਰਿਤ ਵੇਲੇ ਜਾਊਂਗਾ, ਸਮਾਂ ਆ ਗਿਆ ਮੇਰਾ। ਪ੍ਰੇਮੀ ਨੇ ਫੋਨ ਕੀਤਾ 16ਵੇਂ ਦਿਨ ਵੀ ਚਲੋ ਡੇਰੇ ਵਾਲਿਆਂ ਨਾਲ ਅਫਸੋਸ ਕਰ ਲਈਏ। ਜਦੋਂ ਫੋਨ ਕੀਤਾ ਤਾਂ ਮਹਾਂਪੁਰਖਾਂ ਨੇ ਫੋਨ ਚੁੱਕਿਆ ਅੱਗਿਓਂ, ਕਹਿੰਦੇ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਮੈਂ ਚਲੇ ਜਾਣਾ। ਕਹਿੰਦੇ ਮੈਂ ਸਭ ਤਿਆਰੀ ਕਰਕੇ, ਇਸ਼ਨਾਨ ਕਰਕੇ, ਨਿਤਨੇਮ ਆਪਣਾ ਕਰਕੇ ਬਹਿ ਗਿਆ, ਪ੍ਰਕਾਸ਼ ਵੀ ਹੋ ਗਿਆ ਵੀ ਹੁਣ ਮੈਂ ਜਾਣਾ। ਕਹਿੰਦੇ ਮੈਨੂੰ ਆਵਾਜ਼ ਆਈ, ਸਿੰਘਾ ਭਾਈ ਸਾਧੂ ਜੀ ਤੁਸੀਂ ਜਿਹੜਾ ਇਹ ਮੂਲ ਮੰਤਰ ਸੀ ਨਾ, ਇਹ ਗੁਰਪ੍ਰਸਾਦ ਤੱਕ ਹੀ ਪੜ੍ਹਦੇ ਰਹੇ, ਸੱਚਖੰਡ ਦਾ ਦਰਵਾਜ਼ਾ ਤੁਹਾਡੇ ਲਈ ਨਹੀਂ ਖੁੱਲ੍ਹ ਸਕਦਾ। ਤੁਸੀਂ 15 ਦਿਨ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰੋ, ਫੇਰ ਦਰਵਾਜ਼ਾ ਖੁੱਲ੍ਹਣਾ। ਕਹਿੰਦੇ ਫਿਰ ਉਹ ਛੱਡ ਕੇ ਲੈ ਕੇ ਹੀ ਨਹੀਂ ਗਏ ਹੁਣ ਮੈਨੂੰ। 15 ਦਿਨ ਤੱਕ ਨਾਲੇ ਕਹਿੰਦੇ ਆਪ ਜਪਣਾ, ਨਾਲੇ ਜਿਹੜੀ ਸੰਗਤ ਨੂੰ ਤੁਸੀਂ ਗਲਤ ਮਾਰਗ ਤੇ ਪਾਇਆ ਉਹਨਾਂ ਨੂੰ ਸੱਦ ਕੇ ਦੱਸ ਦਿਓ ਵੀ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰਨਾ। ਫਿਰ ਉਹ 15 ਦਿਨ ਤੱਕ ਅਭਿਆਸ ਕਰਦੇ ਰਹੇ, ਫਿਰ ਸਰੀਰ ਛੱਡਿਆ ਜਾ ਕੇ, ਫਿਰ ਰਸਤਾ ਮਿਲਿਆ ਅੱਗੇ।
जिस नूं फोन किया वो कोई माड़ी मोटी हस्ती नहीं, बहुत वड्डा अभ्यासी है। इस करके है कि हुण बहुत लोग इस गल दे उत्ते खिज जाते, चिड़ जाते ने, ये हो नहीं सकता। असलीयत तो यही है, तुसीं जद मर्जी घुम घुमा के इत्थे ही मुड़ना पैना, जिन्ना मर्जी रौला पा लो, क्योंकि जिहड़ी सच्चाई है वो तुहाडे कोल नहीं, तुसीं बुद्धि तक सीमित हो। आत्मक ज्ञानी कहते हैं इत्थों तक, जद तक आप आत्मक ज्ञानी की गल तोड़ी जाने कामयाब नहीं होना, कामयाबी मिलनी ही नहीं, जिन्ना मर्जी जोर ला लो। इस करके जिहड़ी मर्यादा पिछों ही चली आ रही है, 10वें पातशाह वेले तो, पहले पातशाह वेले तो जो जो मर्यादावां बणियां कायम होईयां, उसे नहीं बेड़ा पार करना है। ये लिख लियो अपने किताब के उत्ते, डायरी के उत्ते, जब शरीर छड्ड के इत्थों जाना ना, गांह रस्ता नहीं मिलना, ये पक्का ध्यान रख लियो। उत्थे याद करियो भावें इस गल नूं भी हाँ सानू किसी ने कहा सी भी उत्थे राह नहीं मिलता, फिर नहीं मिलना, किन्ना ही मर्जी जोर ला लो। मैं भी गुरां दी हजूरी च बैठ के गल कहना भी ये रस्ता नहीं मिलता अगे। ये जिहड़ियां मर्यादावां जिहां नवीं चलातियां, ये अगले मनदे ही नहीं ओह, पर लोक वाले कहंदे ये कित्थों लिया नवीं कढ के गल, आह गल तूं कित्थों लै लई, असीं तां लागू करके आए सी। 10वें पातशाह कहंदे वो मैं तां कह के आया, तू की करके आया? उत्थे जाके मुड़ के शर्मिंदगी उठाउणी पैंदी, पछतावा हुंदा है, वापस मुड़दे ने, दुबारा जन्म लैंदे ने, फिर की फायदा? क्योंकि सच्चाई हुण बहुत साल उड़ीकिया भी शायद मन जाणगे, मन्ने ही नहीं, अपनियां इन्नियां मनमर्जियां करदे ने, फिर अपने आप नूं सियाणा समझदे ने, नहीं हैगे सियाणे। अभ्यास करके अपने अंदर की अवस्था खोल के देख लो, आप देख लो। जिन्हां ने अवस्थावां खोल के अंदरों देखिया दिव्य दृष्टि नाल सारा कुछ, उन्हां नूं सब कुछ दिखी हो जाता। वो सानूं कहंदे ने भाई आह गल पक्की है। ते नाले आ जिहड़ा महात्मा दा दस्सिया शरीर छड्डना, वापस मुड़ना, लैके ही नहीं गए अगले। इस तरह के होर बहुत सारे कौतक मेरे नाल भी रहण वाले संगियां साथियां नाल होए ने, शरीर छड्ड ही नहीं सके है। कहने पहला वो पूरा नितनेम करके आ। नितनेम क्यों अधूरा करता रहा? तैनूं किहने कहा? मैनूं जी फलाने ने। कहने फिर वो फलाने ने जिहड़ा सचखंड बनाया वो चले जा, इस सचखंड च नहीं तूं वड़ सकदा, हुण कित्थे जाना फिर? इस करके जिहड़े ये कहंदे ने गल्लां, इन्हां नूं पुछो तुसीं किहड़ा सचखंड बनाया जिथे तुसीं सानूं भेजना? एवें कोलों गल्लां बना के अपनी नवीं पैड़ पा के, नवीं लीह पाड़ के अपने आप नूं वड्डा शोਅ करना, ते पुरानी मर्यादा नूं कहना ये एवें ही फालतू ही बनाईयां गल्लां। फालतू नहीं बनाईयां होईयां। जिन्हें सिर तली ते रख के खंडा खड़काया वो बाबा दीप सिंह, जिन्हें सारी जिंदगी मर्यादा कमाई, जिन्हें बंद बंद कटाया भाई मनी सिंह ने, उन्हां दी शहीदी तां तुसीं रोलती ना, बेअर्थ गवाती। आप कोई शहीदी की देनी, नौं भी नहीं कटाया कदे। गुरु घर कदे आए मत्था टेक, देखे ही नहीं मैं तां कदे इहो ਜਿਹੇ बंदे, कदे मैं देखे नहीं कोई नितनेम करते होण, अभ्यास करते होण, कीर्तन च बैठे होण, अमृत वेले उठे होण, कुछ भी नहीं कीता। इस करके बिना कीते ही सब कुछ भालदे, बिना कुर्बानी तो ही, बिना अभ्यास तो ही हरेक चीज़ भालदे ने। तां सतगुरु कहने सच्चे सेविया सच वडियाई, गुर किरपा ते सच पावणिया। सच नाम जपण करके सच्ची वडियाई हुंदी है, पर गुरां दी किरपा नाल सच्चे नाम दी प्राप्ति हुंदी है। भाओ भोजन सतगुर तुठै पाए, आन रस चूकै हर रस मन वसाए। भाव हुंदा ज्ञान, भाव दा हुंदा अर्थ प्रेम। सो इस तरह महाराज सच्चे पातशाह कहने ज्ञान रूप भोजन सतगुरां दी प्रसन्नता तो ही प्राप्त हुंदा है। नाले सतगुरु खुश होण तां ज्ञान दिंदे ने। सतगुरु की खुशी तो बिना ज्ञान ही नहीं मिलता, आपां कित्थों लैणा होर। सतगुर तुठै पाईया नानक सच्चा नाओ। सतगुर की प्रसन्नता नाल नाम की दात मिलती है। अन रस चूकै हर रस मन वसाए। मन विच हरि नाम रस नूं वसाउण करके होर दुनिया के सारे रस चूकै तो भाव दूर हो गए ने, खत्म हो गए ने। ज्ञान रूप भोजन सतगुरां की प्रसन्नता तो प्राप्त हुंदा। जदों सतगुरु ही खुश है नहीं गए, फिर तुसीं कित्थों लाओगे दात? सतगुरु ने तो एक पासे ही प्रकाश करता भी तुसीं तां असीं महाराज सियाणे हैं, क्योंकि हुण असीं पढ़े लिखे हैं। मर्यादा नूं बदल दिता। इत्थे पढ़ाई की करूगी जिन्हें गुरां की खुशी नहीं लई है।
ਮਹਾਰਾਜ ਪ੍ਰਸੰਨ ਹੀ ਨਹੀਂ ਹੋਏ ਜਿਹਦੇ ਤੇ। ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਪੂਰਿਆਂ ਗੁਰਾਂ ਦੀ ਬਾਣੀ ਤੋਂ ਹੀ ਬੰਦੇ ਨੂੰ ਸੱਚ ਮਿਲਦਾ, ਅੰਦਰ ਸੱਚ ਦਾ ਵਾਸਾ ਹੁੰਦਾ ਹਿਰਦੇ 'ਚ। ਸੰਤੋਖ ਤ੍ਰਿਸ਼ਨਾ ਤੋਂ ਬਿਨਾਂ ਹੋ ਜਾਂਦਾ, ਸੰਤੋਖ ਮਿਲ ਜਾਂਦਾ। ਸਹਿਜ ਸੁਖ, ਇਹ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉਹਨੂੰ ਅੰਦਰ ਐਸਾ ਸੁਖ ਮਿਲ ਜਾਂਦਾ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਸੱਚ ਬਾਣੀ, ਸੱਚ ਨਾਮ ਬਾਣੀ ਨਾਲ ਸੰਤੋਖ ਮਿਲਦਾ ਤੇ ਆਤਮਿਕ ਸੁਖ ਹੁੰਦਾ ਹੈ। ਅਤੇ ਨਾਮ ਪੂਰੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ। ਪੂਰੇ ਗੁਰ ਤੇ ਪਾਵਣਿਆ, ਨਾਮ ਦੀ ਦਾਤ ਇੱਕ ਪ੍ਰਤੱਖ ਪੰਜ ਪਿਆਰੇ ਬਖਸ਼ਿਸ਼ ਕਰਦੇ ਨੇ, ਇੱਕ ਫਿਰ ਅਭਿਆਸ ਕਰਦਿਆਂ ਕਰਦਿਆਂ ਸਤਿਗੁਰੂ ਆਪਣੀ ਮਿਹਰ ਨਾਲ ਪ੍ਰਕਾਸ਼ ਕਰਦੇ ਨੇ, ਜਿਹੜਾ ਅਸਲ ਵਿੱਚ ਉਹ ਖਜ਼ਾਨਾ ਹੁੰਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਇਹ ਸੱਚਮੁੱਚ ਹੀ ਉਜਾਰਾ ਕਰਦਾ, ਸ਼ਬਦ ਪ੍ਰਕਾਸ਼ ਕਰਦਾ ਹੈ। ਸੱਚ ਹੈ ਇਹ ਗੱਲ ਕਿ ਸ਼ਬਦ ਵਿੱਚ ਪ੍ਰਕਾਸ਼। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਹੁਣ ਜਿਹੜੇ ਅੰਨੇ ਅਗਿਆਨੀ ਨੇ, ਮੂਰਖ ਗਵਾਰ ਝੱਲੇ ਚੰਡਾਲ ਲੋਕ ਨੇ, ਉਹ ਸਤਿਗੁਰਾਂ ਦੀ ਸੇਵਾ ਹੀ ਨਹੀਂ ਕਰਦੇ। ਕਦੇ ਦੇਖੇ ਉਹ ਸੇਵਾ ਕਰਦੇ? ਜਿਹੜੇ ਦੁਨੀਆ ਨੂੰ ਇੰਨਾ ਗਿਆਨ ਵੰਡਦੇ ਨੇ, ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਬੜੀਆਂ ਬੜੀਆਂ ਪੁਸਤਕਾਂ ਛਾਪ ਦਿੰਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਕਦੇ ਤੁਸੀਂ ਦੇਖਿਆ ਵੀ ਉਹ ਚੌਰ ਕਰਦੇ ਨੇ ਮਹਾਰਾਜ ਨੂੰ? ਕਦੇ ਦੇਖਿਆ ਉਹ ਕਦੇ ਰੁਮਾਲੇ ਧੋਂਦੇ ਹੋਣ? ਕਦੇ ਦੇਖਿਆ ਉਹ ਪ੍ਰਕਰਮਾ 'ਚ ਧੁਆਈ ਕਰਦੇ ਹੋਣ? ਕਦੇ ਦੇਖਿਆ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਾਫ਼ ਕਰਦੇ ਹੋਣ? ਉਹਨਾਂ ਅੰਦਰ ਤਾਂ ਨਿਮਰਤਾ ਹੀ ਨਹੀਂ। ਮੈਂ ਐਡਾ ਵਿਦਵਾਨ, ਉਹ ਤਾਂ ਆਕਾਸ਼ ਨੂੰ ਚੜ੍ਹੇ ਹੋਏ ਨੇ। ਜਿਹੜੇ ਨਿਮਰਤਾ ਵਾਲੇ ਉਹ ਸੇਵਾ ਕਰੀ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਹੁਣ ਸੇਵਾ ਹੀ ਨਹੀਂ ਕਰਨਗੇ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਉਹ ਫਿਰ ਕਿਸ ਤਰ੍ਹਾਂ, ਕਿਸ ਵਜ੍ਹਾ ਨਾਲ, ਕਿਸ ਜਗ੍ਹਾ ਤੋਂ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰਨਗੇ? ਕੋਈ ਹੋਰ ਦਿੰਦਾ ਬ੍ਰਹਮ ਗਿਆਨ ਉਹਨਾਂ ਨੂੰ? ਜਦ ਤੱਕ ਸੇਵਾ ਨਹੀਂ ਕਰਦੇ ਹੱਥੀਂ, ਉਦੋਂ ਤੱਕ ਨਿਰਾ ਗਿਆਨ ਕੁਛ ਨਹੀਂ ਕਰਦਾ। ਐਵੇਂ ਨਹੀਂ ਗੁਰੂ ਅੰਗਦ ਦੇਵ ਮਹਾਰਾਜ ਨੇ ਸੇਵਾ ਕੀਤੀ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ ਹੈ। ਛੇਵੇਂ ਪਾਤਸ਼ਾਹ ਇੱਕ ਵਾਰ ਕਹਿਣ ਲੱਗੇ ਕਿ ਭੱਲਿਆਂ ਦੀ ਕੁਲ ਦੇ ਸੇਵਾ ਕਰਨੀ ਹੈ, ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ ਪਾਲਕੀ 'ਚ ਬਿਠਾ ਕੇ। ਫਿਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਬਾ ਆਨੰਦ ਜੀ ਨੂੰ ਬਿਠਾ ਕੇ ਲਿਆਂਦਾ ਸੀ ਮਹਾਰਾਜ। ਆਪ ਹੋਰ ਰਸਤੇ ਹੋ ਕੇ ਪਿਛਲੇ ਪਾਸਿਓਂ ਜਾ ਕੇ ਪਾਲਕੀ ਨੂੰ ਮੋਢਾ ਲਾ ਕੇ ਕਹਿੰਦੇ ਮੈਂ ਵੀ ਸੇਵਾ ਕਰਨੀ ਭੱਲਿਆਂ ਦੀ, ਇਹਨਾਂ ਤੋਂ ਸਾਨੂੰ ਮਿਲਿਆ ਸੋਢੀਆਂ ਨੂੰ ਸਾਰਾ ਕੁਝ। ਇੰਨੀ ਨਿਮਰਤਾ ਗੁਰਾਂ ਦੇ ਅੰਦਰ, ਬਹੁਤ ਨਿਮਰਤਾ। ਪਰ ਬਾਬਾ ਆਨੰਦ ਜੀ ਨੂੰ ਲੱਗ ਗਿਆ ਅੰਦਰ ਪਤਾ, ਕਿਉਂਕਿ ਉਹ ਵੀ ਆਤਮਿਕ ਦਰਸ਼ੀ ਨੇ। ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ, ਆ ਕੇ ਗੁਰਾਂ ਦੇ ਚਰਨ ਪਕੜ ਲਏ। ਮਹਾਰਾਜ ਤੁਸੀਂ ਇਹ ਕੀ ਕਰਦੇ ਹੋ ਸੱਚੇ ਪਾਤਸ਼ਾਹ? ਕਹਿੰਦੇ ਨਹੀਂ, ਤੁਸੀਂ ਸਾਨੂੰ ਦਿੱਤਾ ਹੈ, ਅਸੀਂ ਤੁਹਾਤੋਂ ਲੈਣ ਵਾਲੇ ਹਾਂ। ਤੁਸੀਂ ਭੱਲੇ, ਅਸੀਂ ਸੋਢੀ। ਮੈਂ ਬੜਾ ਤੁਹਾਡਾ ਪਰਉਪਕਾਰ ਸਮਝਦਾ। ਉਸ ਵਕਤ ਬਾਬਾ ਆਨੰਦ ਜੀ ਨੇ ਚਰਨ ਪਕੜ ਲਏ। ਨਾ ਮਹਾਰਾਜ, ਇੰਨਾ ਭਾਰ ਨਾ ਚਲਾਓ ਸਾਡੇ ਤੇ। ਸਤਿਗੁਰੂ ਆਪ ਸੇਵਾ ਕਰਨ ਹਾਰੇ ਨੇ, ਆਪ ਸੇਵਾ ਜਾਨਵਰਾਂ ਦੀ। ਸੱਤਵੇਂ ਪਾਤਸ਼ਾਹ ਆਪ ਲਿਆ ਕੇ ਜੰਗਲਾਂ 'ਚੋਂ ਫੜ ਕੇ ਉਹਨਾਂ ਦੀ ਆਪ ਨਿਗਰਾਨੀ ਕਰਨੀ, ਮੱਲਮ ਪੱਟੀ ਕਰਾਉਣੀ, ਆਪ ਦਵਾਈ ਲਾਉਣੀ, ਨਿਗਾਹ ਪਾ ਦੇਣੀ, ਜ਼ਖਮ ਰਾਜੀ ਕਰ ਦੇਣਾ। ਇਸ ਤਰ੍ਹਾਂ ਮਹਾਰਾਜ 8ਵੇਂ ਪਾਤਸ਼ਾਹ ਨੇ ਕਿੰਨਾ ਪਰਉਪਕਾਰ। 9ਵਿਆਂ ਨੇ 26 ਸਾਲ 9 ਮਹੀਨੇ 13 ਦਿਨ ਤੱਕ ਭਗਤੀ ਕੀਤੀ, ਸੰਗਤ ਦੀ ਸੇਵਾ ਕੀਤੀ। ਸਾਰਾ ਕੁਝ ਕਰਨ ਦੇ ਉਪਰੰਤ ਫੇਰ ਦੇਖੋ ਕਿੱਡੀ ਵੱਡੀ ਵਡਿਆਈ ਗੁਰਾਂ ਨੂੰ ਮਿਲੀ। ਮਹਾਰਾਜ ਤਾਈਓ ਆਪਾਂ ਨੂੰ ਕਹਿੰਦੇ ਨੇ, ਜੇ ਸਤਿਗੁਰ ਦੀ ਤੁਸੀਂ ਸੇਵਾ ਨਾ ਕਰੋਗੇ ਤਾਂ ਫਿਰ ਤੁਸੀਂ ਕਿੱਥੋਂ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲਓਗੇ? ਬ੍ਰਹਮ ਗਿਆਨ ਕਿੱਥੋਂ ਲੈ ਲਓਗੇ? ਸੇਵਾ ਤਾਂ ਕਰਨੀ ਹੀ ਪੈਣੀ ਹੈ। ਮਰ ਮਰ ਜੰਮਹਿ ਫਿਰ ਆਵਹਿ, ਜਮਦਰ ਚੋਟਾਂ ਖਾਵਣਿਆ। ਇੱਕ ਵਾਰ ਮਰ ਕੇ ਮੁੜ ਮੁੜ ਕੇ ਜੰਮਣ ਮਰਨ ਵਿੱਚ ਆਉਣਗੇ। ਫਿਰ ਜਮਾਂ ਦੇ ਦਰਬਾਰ 'ਚ ਸੱਟਾਂ ਖਾਂਦੇ, ਮਾਰਾਂ ਖਾਂਦੇ, ਉਹ ਕੁੱਟਦੇ ਨੇ। ਉੱਥੇ ਇੰਨੀ ਤਰਸਯੋਗ ਹਾਲਤ ਹੁੰਦੀ ਹੈ ਕਿ ਦੇਖ ਨਹੀਂ ਹੁੰਦੀ। ਪਰ ਇਹਨਾਂ ਦੀ ਬੁੱਧੀ ਜਿਹੜੀ ਆ ਉਹਨਾਂ ਨੂੰ ਅਕੜੇਵੇਂ 'ਚ ਹੀ ਰੱਖਦੀ ਹੈ, ਹੰਕਾਰ 'ਚ। ਉਹ ਮੱਥਾ ਹੀ ਨਹੀਂ ਟੇਕਣ ਦਿੰਦੀ, ਉਹ ਸੇਵਾ ਹੀ ਨਹੀਂ ਕਰਨ ਦਿੰਦੀ। ਇਹੀ ਜੀ ਬੁੱਧੀ ਤੋਂ ਕੀ ਲੈਣਾ ਜਿਹੜੀ ਗੁਰੂ ਤੋਂ ਦੂਰ ਕਰ ਦੇਵੇ। ਸਬਦੈ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਖਾਣ ਹੈ। ਗੁਰ ਸ਼ਬਦ ਦੇ ਸਵਾਦ ਨੂੰ ਜਾਣੇ ਤਾਂ ਆਪਣੇ ਸਰੂਪ ਨੂੰ ਪਛਾਣਦਾ। ਪਹਿਲਾਂ ਜਦੋਂ ਗੁਰੂ ਦੇ ਸ਼ਬਦ ਦਾ ਸਵਾਦ ਨਹੀਂ ਆਇਆ, ਆਨੰਦ ਹੀ ਨਹੀਂ ਆਇਆ ਹੈ, ਸ਼ਬਦ ਬਾਣੀ ਨੂੰ
ਕਥਨ ਕਰੇ ਤਾਂ ਮਨ ਸ਼ੁੱਧ ਹੁੰਦਾ। ਮੂੰਹ ਨਾਲ ਬੋਲੇ ਨਾ ਬਾਣੀ ਤਾਂ ਮਹਾਰਾਜ ਕਹਿੰਦੇ ਮਨ ਸ਼ੁੱਧ ਹੁੰਦਾ। ਜਦ ਮੂੰਹ ਨਾਲ ਤਾਂ ਬਾਣੀ ਬੋਲਣੀ ਨਹੀਂ ਹੈ, ਫਿਰ ਮਨ ਕਿਵੇਂ ਸ਼ੁੱਧ ਹੋਣਾ? ਇਸ ਕਰਕੇ ਮਨ ਸ਼ੁੱਧ ਹੋਣਾ ਜਦੋਂ ਮੂੰਹ ਨਾਲ ਬੋਲੇ ਪਾਠ। ਆ ਜਿਹੜੇ ਵੱਡੇ ਵੱਡੇ ਅਹੁਦੇਦਾਰ ਜੇ ਨੇ ਸਾਰਿਆਂ ਥਾਵਾਂ ਤੇ, ਇਹਨਾਂ ਨੂੰ ਕਹੋ ਖਾ ਜਪਜੀ ਸਾਹਿਬ ਸੁਣਾਉਣ ਇੱਕ ਜ਼ਬਾਨੀ, ਬਹੁਤ ਘੱਟ ਮਿਲੂਗਾ। ਜਾਪ ਸਾਹਿਬ ਤਾਂ ਕਹਿਣਾ ਹੀ ਕਿਹਾ, ਕੱਲਾ ਜਪਜੀ ਸਾਹਿਬ ਹੀ ਸੁਣਾ ਦਿਓ, ਉਹ ਵੀ ਸ਼ੁੱਧ ਸੁਣਾ ਹੀ ਨਹੀਂ ਹੋਣਾ, ਆਉਂਦਾ ਹੀ ਨਹੀਂ। ਕਹਿੰਦੇ ਹਾਸੀ ਤਾਂ ਰਜੋਗੁਣੀ ਹੈ, ਰਾਜਸੀ ਕੰਮ ਕਰਾ ਲਓ ਜਾਂ ਤਾਮਸੀ ਕਰਾ ਲਓ, ਖਾਣੇ ਪੀਣੇ ਮਾੜੇ ਕਰਾ ਲਓ, ਸਤੋਗੁਣੀ ਨਹੀਂ ਬਣ ਸਕਦੇ। ਜਿੱਥੇ ਕਿ ਕਾਮੀ ਸਤੋਗੁਣੀਆਂ ਦਾ ਹੈ, ਜਿੱਥੇ ਕਾਮੀ ਆਤਮਿਕ ਗਿਆਨ ਦਾ ਹੈ, ਉੱਥੇ ਤਮੋ ਤੇ ਰਜੋ ਵਾਲੇ ਕਬਜ਼ਾ ਕਰੀ ਫਿਰਦੇ, ਕਹਿੰਦੇ ਅਸੀਂ ਚਲਾਵਾਂਗੇ ਇਹਨੂੰ। ਸੋ ਜਿਵੇਂ ਕੋਈ ਦੇਸੀ ਜਿਹਾ ਬੰਦਾ ਉੱਧਰੋਂ ਚੜਿਆ ਜਹਾਜ਼ ਇੰਡੀਆ ਤੋਂ, ਰਾਹ ਦੇ ਵਿੱਚ ਸਾਰੇ ਪੁੱਠੇ ਕੰਮ ਹੀ ਖਾਣ ਪੀਣ ਨੂੰ ਦੇਤੀ, ਸ਼ਰਾਬ ਜੀ ਪੀ ਕੇ ਲੋਰ ਜੇ ਜਾ ਕੇ ਪਾਇਲਟ ਕੋਲ ਚਲਿਆ ਗਿਆ। ਇਹ 30-40 ਸਾਲ ਪੁਰਾਣੀ ਗੱਲ। ਪਾਇਲਟ ਨੂੰ ਕਹਿੰਦਾ ਪਾਸੇ ਹਟ ਬਈ ਮੈਂ ਚਲਾਉਣਾ ਜਹਾਜ਼। ਉਹ ਕਹਿੰਦਾ ਸਰਦਾਰ ਜੀ ਜਾਓ ਜਾ ਕੇ ਪਿੱਛੇ ਬੈਠੋ, ਇਹ ਟਰੈਕਟਰ ਨਹੀਂ ਹੈਗਾ ਜਹਾਜ਼ ਹੈ। ਕਹਿੰਦਾ ਅਸੀਂ ਤਾਂ ਟਰੈਕਟਰ ਦਾ ਜਹਾਜ਼ ਬਣਾ ਲੈਂਦੇ ਖੇਤਾਂ 'ਚ, ਇਹ ਤਾਂ ਫੇਰ ਜਹਾਜ਼ ਹੈ। ਕਹਿੰਦਾ ਤੂੰ ਪਰੇ ਹਟ ਮੈਂ ਚਲਾਉਂਦਾ ਦੇਖੀ। ਕਹਿੰਦਾ ਤੂੰ ਤਾਂ ਤੋਰਦਾ ਹੀ ਨਹੀਂ, ਜਹਾਜ਼ ਤਾਂ ਉੱਥੇ ਹੀ ਖੜਾ। ਇਸ ਕਰਕੇ ਤਮੋ ਤੇ ਰਜੋ ਗੁਣ ਵਾਲੇ ਇਉਂ ਕਹਿੰਦੇ ਵੀ ਅਸੀਂ ਚਲਾਉਂਦੇ, ਦੇਖਿਓ ਤੁਸੀਂ ਚਲਾ ਲਓਗੇ ਪ੍ਰਬੰਧ, ਕਦੇ ਵੀ ਨਹੀਂ ਚਲਾ ਸਕਦੇ। ਇਹ ਰਜੋ ਤੇ ਤਮੋ ਵਾਲੇ ਕਦੇ ਪ੍ਰਬੰਧ ਨਹੀਂ ਚਲਾ ਸਕਦੇ। ਸਤੋ ਗੁਣੀ ਪੁਰਸ਼ ਗੁਰੂ ਘਰਾਂ ਦੇ ਪ੍ਰਬੰਧ ਚਲਾਉਣਗੇ ਜਦੋਂ ਚਲਾਉਣਗੇ। ਇਹ ਆਤਮਿਕ ਗਿਆਨੀ ਇਹਦੇ ਪ੍ਰਬੰਧ ਨੂੰ ਚਲਾਉਣਗੇ ਜਦੋਂ ਚਲਾਉਣਗੇ। ਹਲੇ ਤਾਂ ਚੱਲ ਹੀ ਨਹੀਂ ਰਿਹਾ, ਹਲੇ ਤਾਂ ਤੁਸੀਂ ਦਿਖਾ ਹੀ ਰਹੇ ਹੋ ਕਰਾਮਾਤਾਂ ਆਪਣੀਆਂ ਗੁਰੂ ਘਰ ਦੇ ਅੰਦਰ ਹੀ। ਉਹ ਸਾਰੀ ਦੁਨੀਆ ਨੂੰ ਹੀ ਪਤਾ ਜਿਹੜੀਆਂ ਕਰਾਮਾਤਾਂ ਤੁਸੀਂ ਦਿਖਾ ਰਹੇ ਹੋ, ਜੋ ਕਰ ਰਹੇ ਹੋ ਤਮੋ ਤੇ ਰਜੋ ਵਾਲੇ। ਇਸ ਕਰਕੇ ਜੇ ਸਤੋਗੁਣੀ ਪੁਰਸ਼ ਸ਼ਾਂਤਮਈ ਸੁਭਾਅ ਵਾਲੇ, ਬਾਣੀ ਪੜ੍ਹਨ ਵਾਲੇ, ਨਿਮਰਤਾ ਵਾਲੇ, ਆਤਮਿਕ ਗਿਆਨੀ ਗੁਰਮੁਖ ਪਿਆਰੇ ਆਉਣਗੇ ਨਾ, ਉਹ ਸੰਗਤ ਨੂੰ ਦੇਣਗੇ ਰਸ, ਇਕਾਗਰਤਾ, ਟਿਕਾਓ, ਸਿੱਖੀ, ਨਾਮਦਾਨ। ਉਹ ਆਪ ਸੇਵਾ ਕਰਿਆ ਕਰਨਗੇ। ਸੰਗਤ ਫਿਰ ਉਹਨਾਂ ਦੇ ਮਗਰ ਲੱਗ ਕੇ ਸੇਵਾ ਕਰੂਗੀ। ਸੰਗਤ ਕਹੂਗੀ ਇਹ ਬੰਦੇ ਗੁਰਮੁਖ ਨੇ, ਉਹ ਸਿੱਖਿਆ ਦੇਣਗੇ। ਹਾਲੇ ਤਾਂ ਕਹਾਣੀ ਬਹੁਤ ਦੂਰ ਖੜੀ ਆ। ਦੇਖੋ ਪ੍ਰਮਾਤਮਾ ਕਦੋਂ ਕਿਰਪਾ ਕਰੇ, ਸੱਚੇ ਪਾਤਸ਼ਾਹ ਗੁਰਮੁਖਾਂ ਨੂੰ ਕਦੋਂ ਭੇਜੇਗਾ ਸੰਸਾਰ ਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਚੋਟਾਂ ਖਾਂਦੇ ਨੇ। ਫਿਰ ਕਿਉਂ ਮਹਾਰਾਜ ਕਹਿੰਦੇ ਨੇ ਕਿ ਸ਼ਬਦੈ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਬਖਾਣ ਹੈ। ਗੁਰ ਸ਼ਬਦ ਦੇ ਸਵਾਦ ਨੂੰ ਜਾਣੇ ਤਾਂ ਆਪਣੇ ਸਰੂਪ ਨੂੰ ਪਛਾਣੇ। ਸ਼ਬਦ ਬਾਣੀ ਨੂੰ ਕਥਨ ਕਰੇ ਤਾਂ ਮਨ ਸ਼ੁੱਧ ਹੋਵੇ। ਉਹ ਤਾਂ ਬਾਣੀ ਤਾਂ ਪੜ੍ਹਨੀ ਹੀ ਨਹੀਂ। ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ। ਸੱਚੇ ਗੁਰਾਂ ਨੂੰ ਸੇਵ ਕੇ ਜੋ ਨੌ ਨਿਧਾਂ ਰੂਪ ਨਾਮ ਨੂੰ ਮਨ 'ਚ ਵਸਾਉਂਦੇ ਨੇ ਨਾ, ਉਹ ਸਦਾ ਹੀ ਆਤਮਿਕ ਸੁਖ ਨੂੰ ਪ੍ਰਾਪਤ ਕਰਦੇ ਨੇ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ। ਉਹ ਸਰੀਰ ਰੂਪੀ ਥਾਂ ਸੋਭਨੀਕ ਹੋਇਆ, ਸਫਲਾ ਹੋਇਆ। ਉਹ ਜਿਹੜਾ ਜੋ ਮਨ ਸ਼੍ਰੋਮਣੀ, ਮਨ ਕਹਿੰਦੇ ਸ਼੍ਰੋਮਣੀ ਨੂੰ, ਸ਼੍ਰੋਮਣੀ ਹਰੀ ਨੂੰ ਭਾਇਆ, ਚੰਗਾ ਲੱਗਾ, ਜਿਹੜਾ ਹਰੀ ਦੇ ਮਨ ਨੂੰ ਭਾ ਗਿਆ, ਉਹ ਸਰੀਰ ਰੂਪੀ ਥਾਂ, ਹਿਰਦਾ ਰੂਪੀ ਥਾਂ ਸੋਭਨੀਕ ਹੋਇਆ। ਜਿਹਨੇ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕੀਤਾ, ਉਹੀ ਸ਼੍ਰੋਮਣੀ ਵਾਹਿਗੁਰੂ ਨੂੰ ਭਾਉਂਦਾ ਹੈ। ਕਿਉਂਕਿ ਪ੍ਰਮਾਤਮਾ ਨੇ ਇੱਥੋਂ ਦੀ ਕੱਢਣਾ, ਪਾਣੀ ਪੁਲਾਂ ਦੇ ਥੱਲੇ ਨਹੀਂ ਲੰਘਦਾ। ਤੇ ਇਹ ਪਾਣੀ ਕੱਢਣਾ ਚਾਹੁੰਦੇ ਸਾਈਡ ਤੋਂ, ਕਿ ਪੁਲ ਦੇ ਥੱਲੇ ਦੀ ਨੀਵਾਂ ਹੋ ਕੇ ਨਹੀਂ ਲੰਘਣਾ, ਮੈਂ ਤਾਂ ਸਾਈਡ ਤੋਂ ਲੰਘਣਾ। ਮਹਾਰਾਜ ਕਹਿੰਦੇ ਲੰਘਣਾ ਤਾਂ ਤੈਨੂੰ ਪੁਲ ਦੇ ਥੱਲੇ ਹੀ ਪੈਣਾ, ਜਿੰਨਾ ਮਰਜ਼ੀ ਵੱਡਾ ਬਣ ਜਾ, ਥੱਲਿਓਂ ਲੰਘ, ਨਹੀਂ ਤੇ ਮੈਂ ਤੈਨੂੰ ਪਾਸ ਹੀ ਨਹੀਂ ਕਰਨਾ, ਜਾਂ ਫਿਰ ਜੂਨਾਂ 'ਚ ਪੈ ਜਾ। ਸਤਿਗੁਰੂ ਕਹਿੰਦੇ ਜਿਹੜਾ ਸਾਧ ਸੰਗਤ ਰੂਪ ਸਥਾਨ ਹੈ, ਇੱਥੇ ਬਹਿ ਕੇ ਜਦ ਹਰੀ ਦੇ ਗੁਣ ਗਾਏਗਾ, ਫਿਰ ਤੇਰਾ ਹਿਰਦਾ ਰੂਪੀ ਥਾਂ ਸ਼ੋਭਨੀਕ ਹੋਵੇਗਾ, ਤਾਂ ਤੂੰ ਰੱਬ ਨੂੰ ਭਾਏਗਾ। ਨਹੀਂ ਉਦੋਂ ਤੱਕ ਤਾਂ ਗੇੜੇ ਹੀ ਖਾਏਗਾ। ਅਨ ਦਿਨ ਹਰ ਸਾਲਾਹ ਹੈ ਸਾਚਾ, ਨਿਰਮਲ ਨਾਦ ਵਜਾਵਣਿਆ। ਜੋ ਰਾਤ ਦਿਨ ਹਰੀ ਸੱਚੇ ਨੂੰ ਸਲਾਹੁੰਦਾ, ਉਹਨੂੰ ਨਿਰਮਲ ਬ੍ਰਹਮ ਪ੍ਰਗਟ ਹੋ ਜਾਂਦਾ। ਨਿਰਮਲ ਨਾਦ ਤੋਂ ਭਾਵ ਬ੍ਰਹਮ ਵਜਾਵਣਿਆ ਹੁੰਦਾ, ਪ੍ਰਗਟ ਹੋ ਆਇਆ। 116 ਅੰਗ ਤੇ ਅਗਲੀ ਪੰਕਤੀ। ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਭਾਰਾ। ਮਨਮੁਖਾਂ ਕੋਲੇ ਨਸ਼ਰਦਕ ਪੁਣਾ ਰੂਪ ਖੋਟੀ ਪੂੰਜੀ ਹੈ, ਅਸ਼ਰਧਾ ਹੈ। ਅਤੇ ਜੋ ਕਰਮਾਂ ਦਾ ਪਸਾਰਾ ਖਿਲਾਰਦੇ ਨੇ, ਉਹ ਵੀ ਖੋਟਾ ਹੀ ਆ ਉਹਨਾਂ ਦਾ।
ਹੁਣ ਮੈਂ ਤਾਂ ਕੁਝ ਕਹਿੰਦਾ ਹੀ ਨਹੀਂ, ਤੀਜੇ ਪਾਤਸ਼ਾਹ ਹੀ ਸਾਰਾ ਕੁਝ ਕਹੀ ਜਾਂਦੇ ਨੇ। ਹੁਣ ਇਹਨੂੰ ਆਪਾਂ ਕੀ ਕਹਿ ਦਈਏ ਵੀ ਬਦਲ ਕੇ ਅਰਥ ਕਰਾਂ ਇਹਨਾਂ ਦੇ? ਇਹ ਤਾਂ ਮਹਾਰਾਜ ਨੇ ਕਿਹਾ, ਤੁਸੀਂ ਮਹਾਰਾਜ ਨੂੰ ਸੁਣੋ ਤੀਜੇ ਪਾਤਸ਼ਾਹ ਕੀ ਕਹਿੰਦੇ ਨੇ। ਕਹਿੰਦੇ ਇਹਨਾਂ ਦੀ ਜਿਹੜੀ ਰਾਸ ਹੈ ਨਿਸ਼ਰਦਕ ਪੁਣਾ ਉਹ ਵੀ ਖੋਟੀ, ਇਹਨਾਂ ਦੇ ਕਰਮਾਂ ਦਾ ਪਸਾਰਾ ਜਿਹੜਾ ਖਿਲਾਰਦੇ ਉਹ ਵੀ ਖੋਟਾ। ਮਲਕ ਭਾਗੋ ਵਾਂਗੂ ਉਹ ਵੀ ਕਹਿੰਦਾ ਸੀ ਮੈਂ ਬ੍ਰਹਮ ਭੋਜ ਕੀਤਾ, ਔਰ ਹੋਰ ਬਹੁਤ ਸਾਰੇ ਖਿਲਾਰੇ ਨੇ। ਇੰਨਾ ਨਿਸ਼ਰਦਕ ਪੁਣਾ ਆਖੇ ਜਿਹੜੇ ਕਾਲੇ ਕੌਂ ਸੀ ਉਹ ਚਿੱਟੇ ਨਹੀਂ ਕੀਤੇ, ਫਿਰ ਅਸੀਂ ਤਾਂ ਇੱਥੋਂ ਕੀ ਲੈਣਾ? ਤੂੰ ਸਿੱਖ ਹੈ, ਤੇਰੀ ਤੇ ਸ਼ਰਧਾ ਹੀ ਨਹੀਂ ਹੈਗੀ। ਰੀਠੇ ਮਿੱਠੇ ਨਹੀਂ ਕੀਤੇ, ਉਹ ਸਾਡੇ ਗੁਰੂ ਨਾਨਕ ਨੂੰ ਨੀਵਾਂ ਨਾ ਕਹੀਂ, ਇਹ ਤਾਂ ਅਸੀਂ ਲਿਹਾਜ਼ ਕਰਦੇ ਤੇਰਾ। ਸਾਡੇ ਪਾਤਸ਼ਾਹ ਤੇ ਇੰਨੇ ਵੱਡੇ ਉਹਨਾਂ ਤਿੰਨਾਂ ਲੋਕਾਂ ਨੂੰ ਸਾਜ ਦਿੱਤਾ। ਸ੍ਰਿਸ਼ਟੀ ਦੇ ਮਾਲਕ ਨੇ ਆ ਸਮੁੰਦਰ ਕਿਹਨੇ ਬਣਾਇਆ, ਤਾਰੇ ਕਿਹਨੇ ਬਣਾਏ ਨੇ? ਇੱਕ ਤੇ ਅੱਤ, ਇਹ ਕਿਤੇ ਛੋਟੀ ਜੀ ਗੱਲ ਹੈ? ਸਾਰਾ ਕੁਝ ਪਰਮਾਤਮਾ ਨੇ ਬਣਾਇਆ। ਵਾਹਿਗੁਰੂ ਅਕਾਲ ਪੁਰਖ ਬਣਾਉਣ ਹਾਰੇ ਨੇ। ਗੰਨੇ 'ਚ ਮਿੱਠਾ ਕੌਣ ਭਰਦਾ? ਸੇਬ ਦੇ ਵਿੱਚ ਮਿੱਠਾ ਕੌਣ ਭਰਦਾ? ਇਹ ਰੱਬ ਨੇ ਹੀ ਭਰਿਆ ਹੋਇਆ, ਇਹ ਗੁਰੂ ਨਾਨਕ ਦਾ ਹੀ ਮਿੱਠਾ ਭਰਿਆ। ਜੇ ਰੀਠਾ ਮਿੱਠਾ ਕਰਤਾ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਰਾਮਾਤ ਹੋ ਗਈ ਕੋਈ? ਸੋ ਇਸ ਕਰਕੇ ਉਹ ਤਾਂ ਦਿਖਾਉਣਾ ਸੀ ਵੀ ਹਾਂ ਪਰਮਾਤਮਾ ਦਾ ਨਾਮ ਮਿੱਠਾ ਹੈ ਤੇ ਨਾਮ ਨਾਲ ਸਭ ਕੁਝ ਮਿੱਠਾ ਹੋ ਜਾਂਦਾ। ਮੱਕਾ ਨਹੀਂ ਘੁਮਾਇਆ, ਕਹਿੰਦੇ ਧਰਤੀ ਘੁੰਮ ਰਹੀ ਸਾਰੀ, ਸਾਰਾ ਕੁਝ ਘੁੰਮੀ ਜਾਂਦਾ ਆਕਾਸ਼ ਦੇ ਵਿੱਚ। ਨਾਲੇ ਪਤਾ ਚੰਦਰਮਾ ਘੁੰਮਦਾ, ਧਰਤੀ ਘੁੰਮਦੀ, ਹੋਰ ਆ ਰਾਤ ਨੂੰ ਤਾਰੇ ਕਿੱਥੇ ਦੀ ਕਿੱਥੇ ਦੇਖਦੇ ਆਪਾਂ ਚਲੇ ਗਏ, ਸਾਰਾ ਕੁਝ ਹੀ ਘੁੰਮਦਾ। ਕਹਿੰਦੇ ਮੱਕਾ ਨਹੀਂ ਘੁਮਾਇਆ, ਲੋਕਾਂ ਦੇ ਮਨ ਘੁਮਾਏ ਨੇ। ਤੂੰ ਨਾਲ ਸੀ ਉਦੋਂ, ਤੂੰ ਭਾਈ ਮਰਦਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਤੂੰ ਦੇਖਿਆ ਹੀ ਨਹੀਂ, ਜਦ ਤੈਨੂੰ ਪਤਾ ਹੀ ਨਹੀਂ, ਕਿਉਂ ਲੋਕਾਂ ਨੂੰ ਗੁੰਮਰਾਹ ਕਰਦਾ, ਕਿਉਂ ਝੂਠੇ ਖਿਲਾਰੇ ਖਿਲਾਰਦਾ? ਝੂਠ ਨੂੰ ਕਮਾਉਂਦੇ ਨੇ ਲੋਕ, ਕੂੜ ਕਮਾਵਨ ਦੁੱਖ ਲਾਗੈ ਭਾਰਾ। ਝੂਠ ਨੂੰ ਕਮਾਉਂਦੇ, ਕੂੜਾ ਧਨ ਕਮਾਉਂਦੇ, ਇਸ ਲਈ ਬਹੁਤਾ ਫਿਰ ਦੁੱਖ ਬਾਅਦ ਵਿੱਚ ਦੁੱਖ ਲੱਗਦਾ। ਜਵਾਨੀ 'ਚ ਨਹੀਂ, ਬੁਢੇਪੇ 'ਚ ਦੇਖੀ ਕੀ ਹਾਲ ਹੁੰਦਾ। ਗੁਰੂ ਨਾਨਕ ਦੇ ਉਲਟ ਬੋਲਣ ਵਾਲਾ, ਜਿਹੜਾ ਪੁੱਠੇ ਜੇ ਕੰਮ ਕਰਨ ਵਾਲਾ ਹੈ, ਬੁਢੇਪਾ ਬਹੁਤ ਮਾੜਾ ਆਉਂਦਾ ਇਹਨਾਂ ਦਾ। ਅੱਗੇ ਪਰਲੋਕ ਵਿੱਚ ਬਹੁਤ ਮਾੜਾ ਹਾਲ ਹੁੰਦਾ। ਮਹਾਰਾਜ ਇਹ ਕਿਉਂ ਹੁੰਦਾ? ਇਹ ਬੰਦਿਆਂ ਨੂੰ ਸਮਝ ਨਹੀਂ ਲੱਗਦੀ। ਤੀਜੇ ਪਾਤਸ਼ਾਹ ਨੂੰ ਪੁੱਛ ਲੈਂਦੇ ਆ। ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮ ਹੈ ਜਨਮ ਗਵਾ ਬਣਿਆ। ਕਹਿੰਦੇ ਉਹ ਦਿਨ ਰਾਤ ਭਰਮ 'ਚ ਹੀ ਭੁੱਲੇ ਪਏ, ਉਹ ਸਤਿਗੁਰੂ ਤੇ ਯਕੀਨ ਹੀ ਨਹੀਂ ਕਰਦੇ ਵੀ ਸਤਿਗੁਰੂ ਕੀ ਕਰ ਸਕਦੇ ਨੇ, ਕੀ ਨਹੀਂ ਕਰ ਸਕਦੇ। ਅਤੇ ਜਨਮ ਮਰਨ ਦੇ ਗੇੜ 'ਚ ਪੈ ਕੇ ਉਹਨਾਂ ਨੇ ਆਪਣੇ ਜਨਮ ਨੂੰ ਨਿਸਫਲ ਹੀ ਗਵਾ ਲਿਆ। ਐਵੇਂ ਜਿਹਾ ਜਿਹਾ ਆਇਆ ਉਹੋ ਜਿਹਾ ਚਲਿਆ ਗਿਆ, ਨਾ ਕੋਈ ਜਨਮ ਲੈਣ ਦਾ ਫਾਇਦਾ ਹੋਇਆ, ਨਾ ਕੋਈ ਕਮਾਈ ਕੀਤੀ, ਨਾ ਕੋਈ ਗੁਰਮਤ ਦਾ ਗਿਆਨ ਹੈ। ਹੋਰ ਹੀ ਵੱਖਰੀ ਲਾਈਨ ਜੀ ਚੱਲ ਪਈ। ਗੁਰਮਤ ਤੋਂ ਪਰੇ ਪਰੇ ਇੱਕ ਵੱਖਰੀ ਲਾਈਨ ਹੈ ਜਿਹੜੀ ਬੁੱਧੀ ਦੀ ਸਿਆਣਪ ਤੱਕ ਸੀਮਤ ਰਹੀ, ਪਰ ਗੁਰਮਤ ਉਹ ਹੈ ਜੋ ਆਤਮਿਕ ਗਿਆਨ ਵਿੱਚ ਵਰਤਦੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੁਸੀਂ ਮਹਾਰਾਜ ਦੱਸੋ। ਮਹਾਰਾਜ ਕਹਿੰਦੇ ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ। ਉਹ ਸੱਚਾ ਸਾਹਿਬ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਹੈ, ਮੇਰਾ ਤਾਂ ਉਹਨਾਂ ਬਹੁਤ ਹੀ ਪਿਆਰ ਹੈ ਵਾਹਿਗੁਰੂ ਨਾਲ। ਪੂਰਿਆਂ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਉਹਦਾ ਆਸਰਾ ਮਿਲਿਆ। ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ, ਕਹਿੰਦੇ ਸਾਡੇ ਤੇ। ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣਿਆ, ਦੁੱਖ ਨੂੰ ਵੀ ਤੇ ਸੁੱਖ ਨੂੰ ਵੀ ਇੱਕੋ ਜਿਹੇ ਕਰਕੇ ਜਾਣਿਆ, ਉਹਨੂੰ ਨਾਮੀ ਵਾਹਿਗੁਰੂ ਦੇ ਦਰਬਾਰ ਵਿੱਚ ਵੱਡੀ ਵਡਿਆਈ ਮਿਲਦੀ ਹੈ। ਵੀ ਇਹਨੇ ਕਦੇ ਦੁਖੀ ਹੋ ਕੇ ਇਹ ਨਹੀਂ ਕਿਹਾ ਰੱਬਾ ਕੀ ਕਰਤਾ। ਇਹ ਸੁੱਖ ਮਿਲ ਗਿਆ ਤਾਂ ਇਹ ਨਹੀਂ ਕਿ ਰੱਬ ਨੂੰ ਭੁੱਲ ਕੇ ਬਹਿ ਗਿਆ। ਉਹਨੇ ਆਪਣਾ ਨਿਤਨੇਮ ਜਾਰੀ ਰੱਖਿਆ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਬਰਾਬਰ ਰੱਖਿਆ। ਉਹਨੇ ਕਦੇ ਨਹੀਂ ਕਿਹਾ ਕਿ ਹੁਣ ਮੈਂ ਨਹੀਂ ਪਾਠ ਕਰਨਾ ਕਿ ਰੱਬ ਨੇ ਮੈਨੂੰ ਦਿੱਤਾ ਹੀ ਨਹੀਂ ਕੁਛ। ਨਹੀਂ, ਉਹ ਕਹਿੰਦਾ ਇਹ ਦੁੱਖ ਸੁੱਖ ਤਾਂ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ। ਇਹ ਤਾਂ ਦੋ ਕੱਪੜੇ ਐ, ਐਵੇਂ ਕਾਹਨੂੰ ਇਹਨਾਂ ਗੱਲਾਂ ਵੱਲ ਉਲਝਣਾ ਹੈ। ਸਿਰਫ ਨਾਮ ਜਪੋ। ਮਾੜੀ ਜੀ ਗੱਲ ਨੂੰ ਲੈ ਕੇ ਪਰਮਾਤਮਾ ਨਾਲੋਂ ਕਾਹਨੂੰ ਟੁੱਟਣਾ ਆਪਾਂ ਨੇ।